ਵੈਲਕਮ ਇਨ ਦੀ ਕਲਾਸ। ਅੱਜ ਆਪਣਾ 9th ਕਲਾਸ ਦੀ ਸਾਇੰਸ ਹੈ, ਚੈਪਟਰ ਨੰਬਰ 15 ਖਾਦ ਪਦਾਰਥਾਂ ਦੇ ਸੰਸਾਧਨਾਂ ਵਿੱਚ ਸੁਧਾਰ, ਇੰਪਰੂਵਮੈਂਟਸ ਇਨ ਫੂਡ ਰਿਸੋਰਸਿਸ। ਕਿ ਜਿਨ੍ਹਾਂ ਚੀਜ਼ਾਂ ਤੋਂ ਆਪਾਂ ਨੂੰ ਖਾਣ ਵਾਲੀਆਂ ਚੀਜ਼ਾਂ ਖਾਦ ਪਦਾਰਥ ਮਿਲਦੇ ਆ ਤਾਂ ਉਹਨਾਂ ਨੂੰ ਆਪਾਂ ਉਹਨਾਂ ਦਾ ਸੁਧਾਰ ਕਿਵੇਂ ਸਕਦੇ, ਕੀ ਚੇਂਜਸ ਕਰ ਸਕਦੇ ਆ, ਕੀ ਲੋੜ ਆ ਆਪਾਂ ਨੂੰ ਉਹਨਾਂ ਦੀ ਇੰਪਰੂਵਮੈਂਟ ਕਰਨ ਦੀ। ਤਾਂ ਹੁਣ ਆਪਾਂ ਨੂੰ ਪਤਾ ਹੈ ਕਿ ਆਪਾਂ ਨੂੰ ਜਿਉਂਦੇ ਰਹਿਣ ਦੇ ਲਈ ਭੋਜਨ ਦੀ ਲੋੜ ਹੁੰਦੀ ਆ, ਅਤੇ ਜਿਹੜਾ ਭੋਜਨ ਆਪਾਂ ਖਾਂਦੇ ਆ ਉਹਨਾਂ ਦੇ ਵਿੱਚੋਂ ਆਪਾਂ ਨੂੰ ਕੀ ਮਿਲਦਾ ਹੈ? ਪ੍ਰੋਟੀਨ, ਕਾਰਬੋਹਾਈਡਰੇਟ, ਚਰਬੀ, ਵਿਟਾਮਿਨ, ਖਣਿਜ ਪਦਾਰਥ। ਤਾਂ ਇਹ ਸਾਰੇ ਹੀ ਤੱਤ ਆਪਣੇ ਸਰੀਰ ਦੇ ਵਿਕਾਸ, ਵਾਧੇ ਅਤੇ ਸਿਹਤ ਦੇ ਲਈ ਜ਼ਰੂਰੀ ਹੁੰਦੇ ਆ। ਪੌਦੇ ਅਤੇ ਜੰਤੂ ਦੋਵੇਂ ਹੀ ਸਾਡੇ ਭੋਜਨ ਦੇ ਮੁੱਖ ਸਰੋਤ ਆ, ਕਿ ਆਪਾਂ ਨੂੰ ਭੋਜਨ ਖਾਣ ਦੇ ਲਈ ਪੌਦਿਆਂ ਤੋਂ ਵੀ ਮਿਲਦਾ ਅਤੇ ਜੰਤੂਆਂ ਤੋਂ ਵੀ ਮਿਲਦਾ। ਜਿਵੇਂ ਆਪਾਂ ਨੂੰ ਫਲ ਸਬਜ਼ੀਆਂ ਹੋ ਗਏ, ਉਹ ਸਾਰੇ ਪੌਦਿਆਂ ਤੋਂ ਮਿਲਦੇ ਆ। ਜੰਤੂਆਂ ਤੋਂ ਆਪਾਂ ਨੂੰ ਮਾਸ ਮਿਲਦਾ, ਦੁੱਧ ਮਿਲਦਾ, ਅੰਡੇ ਮਿਲਦੇ ਆ। ਅਤੇ ਇਸੇ ਕਰਕੇ ਜਿਹੜਾ ਆਪਣਾ ਜ਼ਿਆਦਾਤਰ ਭੋਜਨ ਆ ਉਹ ਖੇਤੀਬਾੜੀ ਅਤੇ ਪਸ਼ੂ ਪਾਲਣ ਦੇ ਰਾਹੀਂ ਹੀ ਆਪਾਂ ਨੂੰ ਮਿਲਦਾ ਹੈ। ਹੁਣ ਆਪਣੇ ਕੋਲ ਕਿ ਜਿਵੇਂ ਜਿਵੇਂ ਆਪਣੇ ਦੇਸ਼ ਭਾਰਤ ਦੀ ਜਨਸੰਖਿਆ ਵਧੀ ਜਾਂਦੀ ਹੈ ਤਾਂ ਆਪਾਂ ਨੂੰ ਖਾਣ ਦੇ ਲਈ ਭੋਜਨ ਵੀ ਜ਼ਿਆਦਾ ਚਾਹੀਦਾ ਹੈ। ਪਰ ਆਪਣੇ ਕੋਲ ਕੀ ਆ, ਜਿਹੜੀ ਖੇਤੀ ਆ ਪਹਿਲਾਂ ਹੀ ਬਹੁਤ ਜ਼ਿਆਦਾ ਹੋ ਰਹੀ ਹੈ, ਕਿ ਜ਼ਿਆਦਾ ਖੇਤੀ ਪ੍ਰਧਾਨ ਆਪਣਾ ਦੇਸ਼ ਆ। ਭਾਰਤ ਨੂੰ ਆਪਾਂ ਇੱਕ ਖੇਤੀ ਪ੍ਰਧਾਨ ਦੇਸ਼ ਕਹਿ ਦਿੰਦੇ ਹਾਂ, ਕਿ ਜਿੰਨੀ ਜਨਸੰਖਿਆ ਹੈ ਉਹਦੇ ਵਿੱਚੋਂ ਅੱਧੇ ਲੋਕ ਖੇਤੀ ਦੇ ਉੱਪਰ ਡਿਪੈਂਡ ਕਰਦੇ ਆ। ਹੁਣ ਆਪਾਂ ਕਹਿ ਰਹੇ ਕਿ ਜਿਵੇਂ ਜਿਵੇਂ ਜਨਸੰਖਿਆ ਵੱਧਦੀ ਆ ਉਵੇਂ ਹੀ ਖੇਤੀ ਨੂੰ ਵੀ ਵਧਾਉਣ ਦੀ ਲੋੜ ਆ। ਤਾਂ ਜਿਹੜਾ ਫਸਲ ਉਤਪਾਦਨ ਆ ਆਪਣਾ, ਉਹਨੂੰ ਆਪਾਂ ਜਿਹੜਾ ਵਧਾਉਣਾ ਹੈ ਉਹ ਕੁਛ ਹੱਦ ਤੱਕ ਤਾਂ ਸਫਲ ਹੋ ਗਿਆ। ਹੁਣ ਜਿਹਦੇ ਕਰਕੇ ਆਪਣੇ ਕੋਲੇ ਫਸਲ ਉਤਪਾਦਨ ਦੇ ਵਿੱਚ ਵਾਧਾ ਹੋਇਆ ਸੀ, ਉਹ ਕ੍ਰਾਂਤੀ ਆਪਣੇ ਕੋਲੇ ਕਿਹੜੀ ਆ? ਹਰੀ ਕ੍ਰਾਂਤੀ। ਕਿ ਹਰੀ ਕ੍ਰਾਂਤੀ ਦੇ ਕਰਕੇ ਹੀ ਆਪਾਂ ਫਸਲ ਉਤਪਾਦਨ ਦੇ ਵਿੱਚ ਵਾਧਾ ਕੀਤਾ। ਅਤੇ ਸਫੈਦ ਕ੍ਰਾਂਤੀ ਦੇ ਨਾਲ ਕੀ ਸੀ? ਦੁੱਧ ਦਾ ਉਤਪਾਦਨ ਵਧਿਆ ਸੀ। ਅਤੇ ਜੇ ਹੁਣ ਆਪਾਂ ਖੇਤੀ ਨੂੰ ਵਧਾਉਣਾ, ਮਤਲਬ ਖੇਤੀ ਦੇ ਲਈ ਹੋਰ ਜ਼ਿਆਦਾ ਧਰਤੀ ਦੇ ਉੱਪਰ ਜਗ੍ਹਾ ਨਹੀਂ ਹੈ, ਤਾਂ ਆਪਾਂ ਨੂੰ ਕੀ ਆ? ਫਸਲ ਦੇ ਨਾਲ ਪਸ਼ੂ ਧਨ ਦੇ ਉਤਪਾਦਨ ਦੇ ਵਿੱਚ ਵੀ ਕੰਮ ਕਰਨਾ ਪਊਗਾ। ਕਿ ਪਸ਼ੂ ਧਨ ਆ ਜਿਹੜਾ ਪਸ਼ੂ ਪਾਲਣ ਆ ਉਹਨਾਂ ਨੂੰ ਵਧਾਉਣਾ ਪਊਗਾ, ਕਿਉਂਕਿ ਪਸ਼ੂਆਂ ਤੋਂ ਵੀ ਆਪਾਂ ਨੂੰ ਭੋਜਨ ਮਿਲਦਾ। ਤਾਂ ਇਹਨਾਂ ਕ੍ਰਾਂਤੀਆਂ ਦੀ ਪ੍ਰਕਿਰਿਆ ਜਦੋਂ ਆਪਾਂ ਕੀਤੀ, ਕਿ ਜਦੋਂ ਕ੍ਰਾਂਤੀ ਹੋ ਰਹੀ ਸੀ ਤਾਂ ਇਹਨਾਂ ਦੇ ਲਈ ਜਿਹੜੇ ਆਪਣੇ ਕੁਦਰਤੀ ਸਾਧਨ ਆ ਉਹਨਾਂ ਦਾ ਵੀ ਬਹੁਤ ਜ਼ਿਆਦਾ ਉਪਯੋਗ ਹੋਇਆ। ਤਾਂ ਕੁਦਰਤੀ ਸਾਧਨਾਂ ਨੂੰ ਵੀ ਨੁਕਸਾਨ ਹੋਇਆ। ਹੁਣ ਜਦੋਂ ਨੁਕਸਾਨ ਹੋ ਰਿਹਾ ਸੀ ਤਾਂ ਆਪਣਾ ਕੁਦਰਤ ਦੇ ਵਿੱਚ ਜਿਹੜਾ ਸੰਤੁਲਨ ਬਣਿਆ ਹੋਇਆ ਉਹ ਖਰਾਬ ਹੋ ਗਿਆ, ਵਿਗੜਨ ਲੱਗ ਗਿਆ। ਤਾਂ ਫਸਲ ਉਤਪਾਦਨ ਜੇ ਆਪਾਂ ਵਧਾਉਣਾ ਚਾਹੁੰਦੇ ਹਾਂ ਤਾਂ ਉਹਦੇ ਨਾਲ ਨਾਲ ਆਪਾਂ ਨੂੰ ਇਹ ਵੀ ਯਤਨ ਕਰਨੇ ਚਾਹੀਦੇ ਆ ਕਿ ਜਿਹੜਾ ਆਪਣਾ ਵਾਤਾਵਰਨ ਆ ਅਤੇ ਵਾਤਾਵਰਨ ਦੇ ਵਿੱਚ ਸੰਤੁਲਨ ਬਣਾਉਣ ਵਾਲੇ ਕਾਰਕ ਆ ਉਹ ਖਰਾਬ ਨਾ ਹੋਣ, ਉਹਨਾਂ ਨੂੰ ਕੋਈ ਵੀ ਹਾਨੀ ਨਾ ਪਹੁੰਚੇ। ਇਸੇ ਲਈ ਖੇਤੀ ਅਤੇ ਪਸ਼ੂ ਪਾਲਣ ਦੇ ਲਈ ਸਹਿਣਯੋਗ ਪ੍ਰਣਾਲੀਆਂ ਨੂੰ ਆਪਾਂ ਨੂੰ ਅਪਣਾਉਣਾ ਚਾਹੀਦਾ, ਕਿ ਜਿਹੜੇ ਵਾਤਾਵਰਨ ਨੂੰ ਖਰਾਬ ਨਾ ਕਰਨ, ਨੁਕਸਾਨ ਨਾ ਪਹੁੰਚਾਉਣ। ਹੁਣ ਇਹ ਤਾਂ ਹੈ ਨਹੀਂ ਗਾ ਕਿ ਆਪਾਂ ਕਹਿ ਰਹੇ ਸੀਗੇ ਕਿ ਜੇ ਆਪਾਂ ਫਸਲ ਵਧਾਵਾਂਗੇ ਤਾਂ ਹੀ ਜਿਹੜੀ ਦੇਸ਼ ਦੀ ਜਨਸੰਖਿਆ ਵੱਧ ਰਹੀ ਆ ਉਹਨਾਂ ਨੂੰ ਭੋਜਨ ਮਿਲੂ। ਪਰ ਆਪਾਂ ਫਸਲ ਤਾਂ ਵਧਾ ਰਹੇ ਹਾਂ, ਬਟ ਉਹਨਾਂ ਫਸਲਾਂ ਨੂੰ ਜੇ ਆਪਾਂ ਗੋਦਾਮ ਦੇ ਵਿੱਚ ਸੰਭਾਲ ਦਾਂਗੇ, ਕਿ ਆਪਾਂ 1 ਸਾਲ ਬਾਅਦ ਜਾਂ 6 ਮਹੀਨਿਆਂ ਬਾਅਦ ਇਸ ਫਸਲ ਨੂੰ ਵਰਤਾਂਗੇ, ਤਾਂ ਜਿਹੜੇ ਲੋਕਾਂ ਨੂੰ ਭੋਜਨ ਨਹੀਂ ਮਿਲ ਰਿਹਾ, ਤਾਂ ਭੋਜਨ ਨਾ ਮਿਲਣ ਦੇ ਨਾਲ ਉਹਨਾਂ ਨੂੰ ਕੀ ਕੁਪੋਸ਼ਣ ਹੁੰਦਾ ਹੈ, ਭੁੱਖਮਰੀ ਹੋ ਰਹੀ ਹੈ ਦੇਸ਼ ਦੇ ਵਿੱਚ, ਤਾਂ ਉਹ ਸਮੱਸਿਆ ਨਹੀਂ ਹੱਲ ਹੋ ਸਕਦੀ। ਜੇ ਹੁਣ ਆਪਾਂ ਅਨਾਜ ਖਰੀਦਣਾ ਚਾਹੁੰਦੇ ਹਾਂ ਤਾਂ ਆਪਾਂ ਨੂੰ ਪੈਸਾ ਵੀ ਚਾਹੀਦਾ, ਧਨ ਦੀ ਜ਼ਰੂਰਤ ਹੁੰਦੀ ਆ। ਤਾਂ ਖਾਦ ਪਦਾਰਥਾਂ ਨੂੰ ਸੁਰੱਖਿਅਤ ਰੱਖਣਾ ਵੀ ਆਪਣਾ ਕੰਮ ਆ। ਹੁਣ ਉਹ ਸੁਰੱਖਿਅਤ ਆਪਾਂ ਕਿਵੇਂ ਰੱਖਦੇ ਹਾਂ, ਕਿਵੇਂ ਰੱਖ ਸਕਦੇ ਹਾਂ? ਕਿ ਉਹਨਾਂ ਦਾ ਉਤਪਾਦਨ ਕਿਵੇਂ ਕੀਤਾ, ਆਪਾਂ ਉਹਨਾਂ ਨੂੰ ਕਿਵੇਂ ਪੈਦਾ ਕੀਤਾ ਸੀ, ਅਤੇ ਉਹਨਾਂ ਦੀ ਉਪਲਬਧੀ ਕਿ ਆਪਾਂ ਨੂੰ ਕਿੱਥੋਂ ਕਿਵੇਂ ਮਿਲ ਰਿਹਾ। ਤਾਂ ਉਸ ਦੇ ਉਤਪਾਦਨ ਅਤੇ ਉਪਲਬਧੀ ਦੋਨਾਂ ਉੱਤੇ ਨਿਰਭਰ ਕਰਦਾ ਕਿ ਆਪਾਂ ਖਾਦ ਪਦਾਰਥਾਂ ਦੀ ਸੁਰੱਖਿਆ ਕਿਵੇਂ ਕਰ ਸਕਦੇ ਹਾਂ। ਤਾਂ ਆਪਣੇ ਦੇਸ਼ ਦੀ ਜਿਹੜੀ ਬਹੁਤ ਜ਼ਿਆਦਾ ਜਨਸੰਖਿਆ ਹੈ ਉਹ ਕੀ ਆ? ਖੇਤੀ ਉੱਪਰ ਨਹੀਂ ਨਿਰਭਰ ਕਰਦੀ ਆ ਆਪਣੇ ਜੀਵਨ ਨੂੰ ਚੱਲਦੇ ਰੱਖਣ ਦੇ ਲਈ। ਤਾਂ ਇਸੇ ਕਰਕੇ ਖੇਤੀ ਦੇ ਖੇਤਰ ਜਿਹੜੇ ਲੋਕ ਖੇਤੀ ਕਰਦੇ ਆ, ਕਿਸਾਨ ਆ, ਉਹਨਾਂ ਦੀ ਜੇ ਆਮਦਨ ਜ਼ਿਆਦਾ ਨਹੀਂ ਹੋਊਗੀ ਤਾਂ ਉਹ ਕੀ ਆ? ਫਿਰ ਜਿਹੜੀ ਭੁੱਖ ਦੀ ਸਮੱਸਿਆ ਤਾਂ ਉਹਦੇ ਵੀ ਹੱਲ ਨਹੀਂ ਕਰ ਸਕਦੇ। ਜੇ ਖੇਤੀ ਤੋਂ ਜ਼ਿਆਦਾ ਪੈਦਾਵਾਰ ਆਪਾਂ ਪ੍ਰਾਪਤ ਕਰਨਾ ਚਾਹੁੰਦੇ ਹਾਂ ਤਾਂ ਵਿਗਿਆਨਕ ਪ੍ਰਬੰਧ ਪ੍ਰਣਾਲੀਆਂ ਨੂੰ ਅਪਣਾਉਣਾ ਚਾਹੀਦਾ। ਤਾਂ ਉਹ ਵਾਲੇ ਕਿਹੜੇ ਹੋ ਜਾਣਗੇ? ਕਿ ਸਹਿਣਯੋਗ ਜੀਵਨ ਨਿਰਵਾਹ ਦੇ ਲਈ ਮਿਸ਼ਰਤ ਖੇਤੀ, ਅੰਤਰ ਫਸਲੀ ਅਤੇ ਸੰਗਠਿਤ ਖੇਤੀ, ਇਹ 3 ਪ੍ਰਣਾਲੀਆਂ ਨੇ, ਇਹਨਾਂ ਨੂੰ ਅਪਣਾਉਣਾ ਚਾਹੀਦਾ ਏ। ਇਹ ਆਪਣੇ ਕੋਲ ਵਿਗਿਆਨਕ ਪ੍ਰਬੰਧ ਪ੍ਰਣਾਲੀਆਂ ਦੇ ਵਿੱਚ ਵੀ ਆ ਜਾਂਦੇ ਆ। ਹੁਣ ਆਪਾਂ ਕੀ ਆ ਜੇ ਕਹਿ ਰਹੇ ਕਿ ਖੇਤੀ ਕਰਨੀ ਆ ਤਾਂ ਹੀ ਆਪਣੀ ਆਮਦਨ ਵੱਧ ਸਕਦੀ ਆ ਜਾਂ ਲੋਕਾਂ ਨੂੰ ਭੋਜਨ ਮਿਲ ਸਕਦਾ, ਪਰ ਇਹਨਾਂ ਦੇ ਨਾਲ ਨਾਲ ਆਪਾਂ ਹੋਰ ਕੰਮ ਵੀ ਕਰ ਸਕਦੇ ਹਾਂ। ਉਹ ਕੰਮ ਕਿਹੜੇ ਨੇ? ਪਸ਼ੂ ਧਨ, ਮੁਰਗੀ ਪਾਲਣ, ਮੱਛੀ ਪਾਲਣ, ਮਧੂ ਮੱਖੀ ਪਾਲਣ। ਖੇਤੀ ਦੇ ਨਾਲ ਇਹ ਸਾਰੇ ਕੰਮ ਆਪਾਂ ਨਾਲ ਪਹੁੰਚ ਸਕਦੇ ਹਾਂ ਤਾਂ ਕਿ ਆਪਣੀ ਆਮਦਨ ਵੀ ਵੱਧ ਸਕੇ, ਲੋਕਾਂ ਨੂੰ ਭੋਜਨ ਵੀ ਮਿਲ ਸਕੇ। ਤਾਂ ਫਸਟ ਆਪਣੇ ਕੋਲ ਹੈਗਾ ਹਨ ਫਸਲ ਉਤਪਾਦਨ ਦੇ ਵਿੱਚ ਉੱਨਤੀ। ਊਰਜਾ, ਜੇ ਹੁਣ ਆਪਾਂ ਕੋਈ ਵੀ ਕੰਮ ਕਰਨਾ ਤਾਂ ਆਪਾਂ ਨੂੰ ਊਰਜਾ ਦੀ ਲੋੜ ਹੁੰਦੀ। ਤਾਂ ਊਰਜਾ ਦੀ ਜ਼ਰੂਰਤ ਆਪਾਂ ਕਿਵੇਂ ਪੂਰੀ ਕਰਦੇ ਹਾਂ? ਅਨਾਜ ਦੇ ਵਿੱਚ ਆਪਣੇ ਕੋਲ ਕੀ ਆ ਜਾਂਦਾ? ਕਣਕ, ਚੌਲ, ਮੱਕੀ, ਬਾਜਰਾ, ਜਵਾਰ। ਤਾਂ ਇਹਨਾਂ ਤੋਂ ਆਪਾਂ ਨੂੰ ਕੀ ਮਿਲਦਾ ਹੈ? ਕਾਰਬੋਹਾਈਡਰੇਟ। ਦਾਲਾਂ ਤੋਂ ਆਪਾਂ ਨੂੰ ਕੀ ਮਿਲਦੇ ਆ? ਪ੍ਰੋਟੀਨ। ਦਾਲਾਂ ਕਿਹੜੀਆਂ ਕਿਹੜੀਆਂ ਹੁੰਦੀਆਂ ਨੇ? ਛੋਲੇ, ਮਾਂਹ, ਮੂੰਗੀ, ਮਸਰ।
ਫਿਰ ਨੈਕਸਟ ਆਪਣੇ ਕੋਲ ਹੈਗੇ ਨੇ ਕਿ ਤੇਲ ਵਾਲੇ ਬੀਜ ਆ, ਜਿਵੇਂ ਸੋਇਆਬੀਨ, ਮੂੰਗਫਲੀ, ਅਰੰਡ, ਸਰੋਂ, ਇਹਨਾਂ ਤੋਂ ਆਪਾਂ ਨੂੰ ਚਰਬੀ ਮਿਲਦੀ ਆ। ਸਬਜ਼ੀਆਂ ਅਤੇ ਫਲਾਂ ਤੋਂ ਆਪਾਂ ਨੂੰ ਵਿਟਾਮਿਨ ਤੇ ਖਣਿਜ ਪਦਾਰਥ, ਪ੍ਰੋਟੀਨ, ਚਰਬੀ, ਕਾਰਬੋਹਾਈਡਰੇਟਸ, ਇਹ ਸਾਰਾ ਕੁਝ ਕਿੰਨਾ ਤੋਂ ਮਿਲਦਾ? ਸਬਜ਼ੀਆਂ ਅਤੇ ਫਲਾਂ ਤੋਂ। ਜਿਹੜੀਆਂ ਚਾਰਾ ਵਾਲੀਆਂ ਫਸਲਾਂ, ਚਾਰੇ ਵਾਲੀਆਂ ਨੇ, ਬਰਸੀਮ, ਜਵੀ ਤੇ ਸੁਡਾਨ, ਇਹਨਾਂ ਦਾ ਉਪਯੋਗ ਆਪਾਂ ਕਿਵੇਂ ਕਰਦੇ ਹਾਂ? ਚਾਰੇ ਦੇ ਰੂਪ ਵਿੱਚ, ਕਿ ਆਪਾਂ ਇਹਨਾਂ ਨੂੰ ਪਸ਼ੂਆਂ ਨੂੰ ਦਿੰਦੇ ਹਾਂ ਖਾਣ ਦੇ ਲਈ। ਹੁਣ ਨੈਕਸਟ ਹੈ ਕਿ ਜਿਹੜੀਆਂ ਆਪਣੇ ਕੋਲ ਅਲੱਗ-ਅਲੱਗ ਫਸਲਾਂ ਨੇ, ਇਹਨਾਂ ਨੂੰ ਆਪਾਂ ਜੇ ਬੀਜਦੇ ਹਾਂ, ਖੇਤੀ ਕਰਦੇ ਹਾਂ, ਤਾਂ ਹਰੇਕ ਦੇ ਲਈ ਅਲੱਗ-ਅਲੱਗ ਜਲਵਾਯੂ ਆ, ਤਾਪਮਾਨ ਵੀ ਵੱਖ-ਵੱਖ ਹੁੰਦਾ ਹੈ, ਰੋਸ਼ਨੀ ਕਾਲ, ਕਿ ਕਿੰਨਾਂ ਨੂੰ ਕਿੰਨੀ ਸੂਰਜ ਦੀ ਰੋਸ਼ਨੀ ਚਾਹੀਦੀ ਆ, ਉਹ ਸਾਰੀਆਂ ਕੀ ਨੇ? ਜ਼ਰੂਰਤਾਂ ਦੀਆਂ ਵੱਖ-ਵੱਖ ਨੇ। ਅਤੇ ਜਿਨ੍ਹਾਂ ਦੇ ਨਾਲ ਜੇ ਇਹ ਜ਼ਰੂਰਤਾਂ ਪੂਰੀਆਂ ਹੋਣਗੀਆਂ ਤਾਂ ਹੀ ਉਸ ਫਸਲ ਦਾ ਵਾਧਾ ਹੋ ਸਕਦਾ ਅਤੇ ਉਹ ਆਪਣਾ ਜੀਵਨ ਚੱਕਰ ਪੂਰਾ ਕਰ ਸਕਦਾ। ਹੁਣ ਰੋਸ਼ਨੀ ਕਾਲ ਕੀ ਆ? ਕਿ ਜਦੋਂ ਉਹਨਾਂ ਨੂੰ ਸੂਰਜ ਦਾ ਪ੍ਰਕਾਸ਼ ਮਿਲੂਗਾ ਤਾਂ ਹੀ ਉਹਨਾਂ ਦੇ ਵਿੱਚ ਵਾਧਾ ਅਤੇ ਫੁੱਲ ਲੱਗਣਗੇ। ਅਤੇ ਪੌਦੇ ਸੂਰਜ ਦੀ ਰੋਸ਼ਨੀ ਦੇ ਵਿੱਚ ਕੀ ਕਰਦੇ ਨੇ? ਆਪਣਾ ਭੋਜਨ ਆਪ ਬਣਾਉਂਦੇ ਆ। ਉਸ ਕਿਰਿਆ ਨੂੰ ਆਪਾਂ ਕੀ ਨਾਮ ਦਿੰਦੇ ਹਾਂ? ਪ੍ਰਕਾਸ਼ ਸੰਸਲੇਸ਼ਨ। ਕੁਝ ਇੱਦਾਂ ਦੀਆਂ ਫਸਲਾਂ ਨੇ ਜਿਨ੍ਹਾਂ ਨੂੰ ਸਿਰਫ ਆਪਾਂ ਵਰਖਾ ਰੁੱਤ ਵਿੱਚ, ਬਰਸਾਤ ਰੁੱਤ ਦੇ ਵਿੱਚ ਹੀ ਉਗਾਉਂਦੇ ਆ। ਤਾਂ ਬਰਸਾਤ ਰੁੱਤ ਦੇ ਵਿੱਚ ਆਪਾਂ ਜਿਹੜੀਆਂ ਉਗਾ ਰਹੇ ਹਾਂ ਉਹ ਫਸਲਾਂ ਕਿਹੜੀਆਂ ਹੁੰਦੀਆਂ ਨੇ? ਖਰੀਫ ਫਸਲਾਂ। ਇਹ ਕਿੱਥੋਂ ਤੋਂ ਕਿੱਥੇ ਤੱਕ ਹੁੰਦੀਆਂ ਨੇ? ਜੂਨ ਤੋਂ ਸ਼ੁਰੂ ਹੁੰਦੀਆਂ ਨੇ ਅਤੇ ਅਕਤੂਬਰ ਮਹੀਨੇ ਤੱਕ ਹੁੰਦੀਆਂ। ਦੂਜੀ ਫਸਲ ਆਪਣੇ ਕੋਲ ਕਿਹੜੀ ਹੈ? ਜਿਹੜੀ ਸਰਦੀ ਰੁੱਤ ਵਿੱਚ ਉਗਾਉਂਦੇ ਆ, ਨਵੰਬਰ ਤੋਂ ਅਪ੍ਰੈਲ ਤੱਕ, ਉਹ ਵਾਲੀਆਂ ਫਸਲਾਂ ਹੁੰਦੀਆਂ ਨੇ ਰੱਬੀ ਫਸਲਾਂ। ਤਾਂ ਖਰੀਫ ਫਸਲਾਂ ਦੀ ਉਦਾਹਰਨ ਆਪਣੇ ਕੋਲ ਕੀ ਆ? ਧਾਨ, ਸੋਇਆਬੀਨ, ਅਰਹਰ, ਮੱਕੀ, ਮੂੰਗੀ ਅਤੇ ਮਾਂਹ, ਇਹ ਸਾਰੀਆਂ ਖਰੀਫ ਦੀਆਂ ਨੇ ਜਿਨ੍ਹਾਂ ਨੂੰ ਆਪਾਂ ਬਰਸਾਤ ਰੁੱਤ 'ਚ ਉਗਾਉਂਦੇ ਹਾਂ। ਕਣਕ, ਛੋਲੇ, ਮਟਰ, ਸਰੋਂ ਅਤੇ ਅਲਸੀ, ਇਹ ਰੱਬੀ ਦੀਆਂ ਫਸਲਾਂ ਨੇ, ਹਾੜ੍ਹੀ ਦੀਆਂ ਫਸਲਾਂ, ਜਿਨ੍ਹਾਂ ਨੂੰ ਆਪਾਂ ਸਰਦੀ ਰੁੱਤ ਦੇ ਵਿੱਚ ਉਗਾਉਂਦੇ ਹਾਂ। ਹੁਣ ਆਪਣੇ ਕੋਲ ਕੀ ਆ ਕਿ ਖੇਤੀ ਜਿਹੜੀ ਆਪਣੇ ਕੋਲ ਵੱਧ ਰਹੀ ਆ, ਉਹ 25% ਦਾ ਵਾਧਾ ਹੋਇਆ, ਅਤੇ ਜਿਹੜੀ ਅੰਨ ਦੀ ਪੈਦਾਵਾਰ ਆ ਉਹ 4 ਗੁਣਾ ਵੱਧ ਰਹੀ ਹੈ, ਕਿ ਜਿਹੜਾ ਅੰਨ ਲੋਕਾਂ ਨੂੰ ਮਿਲ ਰਿਹਾ। ਤਾਂ ਪੈਦਾਵਾਰ ਕਿਵੇਂ ਵਧੀ? ਤਾਂ ਇਹਨਾਂ ਦੇ ਬਾਰੇ ਜੇ ਹੁਣ ਆਪਾਂ ਸੋਚਦੇ ਹਾਂ ਤਾਂ ਆਪਾਂ 3 ਭਾਗਾਂ ਦੇ ਵਿੱਚ ਵੰਡ ਕਰ ਸਕਦੇ ਹਾਂ। ਪਹਿਲਾ ਕੀ ਹੈ ਕਿ ਜਿਹੜੀ ਫਸਲ ਆਪਾਂ ਉਗਾਉਣਾ ਚਾਹੁੰਦੇ ਹਾਂ ਉਹਦੇ ਲਈ ਆਪਾਂ ਕਿਹੜੇ ਬੀਜਾਂ ਦੀ ਵਰਤੋਂ ਕਰ ਰਹੇ ਹਾਂ, ਫਿਰ ਉਸ ਫਸਲ ਦੀ ਦੇਖਭਾਲ ਆਪਾਂ ਕਿਵੇਂ ਕੀਤੀ ਆ। ਤਾਂ ਉਹਨਾਂ ਫਸਲਾਂ ਦੇ ਵਿੱਚ ਜਿਹੜੇ ਨਦੀਨ ਉੱਗੇ ਆ ਜਾਂ ਹੋਰ ਵਾਧੂ ਘਾਟੂ ਪਦਾਰਥ ਨੇ ਉਹ ਉੱਗ ਰਹੇ ਆ, ਤਾਂ ਉਸ ਨੂੰ ਆਪਾਂ ਕਿਵੇਂ ਖਤਮ ਕੀਤਾ। ਤਾਂ ਤੀਜਾ ਕੀ ਹੋ ਜਾਊਗਾ? ਖੇਤਾਂ ਵਿੱਚ ਉੱਗੀ ਫਸਲ ਦੀ ਸੁਰੱਖਿਆ, ਉਹਨਾਂ ਨੂੰ ਆਪਾਂ ਕਿਵੇਂ ਬਚਾ ਰਹੇ ਹਾਂ, ਸੁਰੱਖਿਆ ਕਿਵੇਂ ਕਰਦੇ ਹਾਂ, ਅਤੇ ਕੱਟੀ ਹੋਈ ਫਸਲ ਨੂੰ ਨੁਕਸਾਨ ਤੋਂ ਕਿਵੇਂ ਬਚਾਉਂਦੇ ਹਾਂ। ਹੁਣ ਜੇ ਇਹ ਸਾਰੀਆਂ ਚੀਜ਼ਾਂ ਦਾ ਆਪਾਂ ਗੱਲਾਂ ਦਾ ਧਿਆਨ ਰੱਖਾਂਗੇ ਤਾਂ ਫਸਲ ਉਤਪਾਦਨ ਦੇ ਵਿੱਚ ਆਪਾਂ ਸੁਧਾਰ ਕਰ ਸਕਦੇ ਹਾਂ। ਤਾਂ ਹੁਣ ਉਹ ਕਿਹੜੇ ਹੋ ਗਏ? ਫਸਲ ਦੀਆਂ ਕਿਸਮਾਂ ਦੇ ਵਿੱਚ ਸੁਧਾਰ, ਫਸਲ ਉਤਪਾਦਨ ਪ੍ਰਬੰਧਨ, ਕਿ ਆਪਾਂ ਫਸਲ ਜਿਹੜੀ ਪੈਦਾ ਕਰ ਰਹੇ ਹਾਂ ਉਹਦਾ ਕਿਵੇਂ ਆਪਾਂ ਪ੍ਰਬੰਧ ਕੀਤਾ, ਫਸਲ ਸੁਰੱਖਿਆ ਪ੍ਰਬੰਧਨ, ਕਿ ਫਸਲ ਦੀ ਫਿਰ ਆਪਾਂ ਸੁਰੱਖਿਆ ਕਿਵੇਂ ਕੀਤੀ। ਫਸਲਾਂ ਦੀਆਂ ਕਿਸਮਾਂ ਵਿੱਚ ਸੁਧਾਰ। ਹੁਣ ਜੇ ਫਸਲ ਦਾ ਉਤਪਾਦਨ ਚੰਗਾ ਹੋਊਗਾ ਤਾਂ ਇਹ ਫਸਲਾਂ ਦੀ ਕਿਸਮ ਦੇ ਚੋਣ ਉੱਪਰ ਨਿਰਭਰ ਕਰਦਾ ਕਿ ਆਪਾਂ ਕਿਹੜੀ ਕਿਸਮ ਲਗਾ ਰਹੇ ਹਾਂ। ਤਾਂ ਫਸਲਾਂ ਦੀਆਂ ਕਿਸਮਾਂ ਦੇ ਲਈ ਚੰਗੇ ਉਪਯੋਗੀ ਗੁਣ, ਕਿ ਉਹ ਰੋਗਾਂ ਦੇ ਨਾਲ ਕਿਵੇਂ ਲੜਦੇ, ਉਹਨਾਂ ਦੀ ਸਮਰੱਥਾ ਕਿੰਨੀਆਂ ਕੁ ਖਾਦਾਂ ਉਹਨਾਂ ਦੇ ਵਿੱਚ ਪਾਉਣੀਆਂ ਪੈਂਦੀਆਂ ਨੇ। ਉਤਪਾਦਨ ਦੀ ਗੁਣਵੱਤਾ, ਕਿ ਜਦੋਂ ਆਪਾਂ ਫਸਲ ਨੂੰ ਕੱਟ ਰਹੇ ਹਾਂ ਤਾਂ ਉਹਦੀ ਕਿੰਨੀ ਪੈਦਾਵਾਰ ਹੋ ਰਹੀ ਹੈ, ਜ਼ਿਆਦਾ ਹੋਊਗੀ ਤਾਂ ਆਪਣੇ ਲਈ ਉਹ ਫਸਲ ਚੰਗੀ ਰਹੂਗੀ। ਤਾਂ ਉਤਪਾਦਨ ਵੀ ਗੁਣਵੱਤਾ, ਵਧੀਆ ਉਤਪਾਦਨ ਹੋਣਾ ਚਾਹੀਦਾ। ਤਾਂ ਇਹ ਸਾਰਾ ਆਪਾਂ ਕਿਹਦੇ ਦੁਆਰਾ ਕਰ ਸਕਦੇ ਹਾਂ? ਪ੍ਰਜਨਨ ਕਿਰਿਆ ਦੁਆਰਾ। ਤਾਂ ਫਸਲਾਂ ਦੀ ਕਿਸਮਾਂ ਦੇ ਵਿੱਚ ਕਿ ਜਿਵੇਂ ਦੇ ਗੁਣ ਆਪਾਂ ਨੂੰ ਚਾਹੀਦੇ ਆ ਕਿ ਉਹ ਸਾਰੇ ਗੁਣਾਂ ਨੂੰ ਆਪਾਂ ਸੰਕਰਨ ਵਿਧੀ ਦੇ ਦੁਆਰਾ ਪ੍ਰਾਪਤ ਕਰ ਸਕਦੇ ਹਾਂ। ਸੰਕਰਨ ਵਿਧੀ ਦੇ ਵਿੱਚ ਕੀ ਹੁੰਦਾ? ਵੱਖਰੇ ਅਨੁਵੰਸ਼ਿਕ ਗੁਣਾਂ ਵਾਲੇ ਪੌਦਿਆਂ ਵਿੱਚ ਸੰਕਰਨ ਕਰਵਾਉਂਦੇ ਹਾਂ। ਕਿ ਆਪਾਂ ਜਿਵੇਂ ਕਈ ਚੀਜ਼ਾਂ ਕਹਿ ਦਿੰਦੇ ਕਿ ਪਿਓਰ ਨਹੀਂ ਹੈਗੀਆਂ, ਹਾਈਬ੍ਰਿਡ ਨੇ। ਤਾਂ ਹਾਈਬ੍ਰਿਡ ਦੇ ਵਿੱਚ ਕੀ ਹੁੰਦਾ? ਆਪਾਂ 2 ਅਲੱਗ-ਅਲੱਗ ਫਸਲਾਂ ਦੇ ਮਿਕਸ ਕਰਕੇ ਇੱਕ ਨਵੀਂ ਕਿਸਮ ਤਿਆਰ ਕਰ ਲੈਂਦੇ ਹਾਂ। ਤਾਂ ਇਹ ਸੰਕਰਨ ਅੰਤਰ ਕਿਸਮ, ਅੰਤਰ ਸਪੀਸੀਜ਼, ਕਿ ਵੱਖ-ਵੱਖ ਕਿਸਮਾਂ ਦੇ ਵਿੱਚ ਅਤੇ ਉਹਨਾਂ ਦੇ ਇੱਕੋ ਹੀ ਜੀਨਸ ਦੇ ਪੌਦੇ ਦੀਆਂ ਵੱਖ-ਵੱਖ ਸਪੀਸ਼ੀਜ਼, ਕਿ ਜੀਨਸ ਸੇਮ ਹੋਣੇ ਚਾਹੀਦੇ ਬਟ ਕਿਸਮਾਂ ਅਲੱਗ-ਅਲੱਗ ਹੋਣਗੀਆਂ, ਤਾਂ ਉਹਨਾਂ ਦੇ ਵਿੱਚ ਆਪਾਂ ਸੰਕਰਨ ਕਰਵਾਉਂਦੇ ਹਾਂ। ਫਿਰ ਨੈਕਸਟ ਹੈਗਾ ਅੰਤਰ ਜੈਨਰਿਕ, 2 ਅਲੱਗ-ਅਲੱਗ ਜੀਨਸ ਵਾਲੇ। ਇਹਦੇ ਵਿੱਚ ਆਪਾਂ ਕਿਹਾ ਕਿ ਜੀਨਸ ਇੱਕੋ ਹੋਣੇ ਚਾਹੀਦੇ ਨੇ। ਅੰਤਰ ਜੈਨਰਿਕ, ਅੰਤਰ ਮਤਲਬ ਅਲੱਗ, ਜੈਨਰਿਕ ਦੇ ਵਿੱਚ ਆਪਣੇ ਕੋਲ ਕੀ ਆ ਜਾਊਗਾ ਕਿ ਉਹਨਾਂ ਜੀਨਸ ਅਲੱਗ ਹੋਣੇ ਚਾਹੀਦੇ ਆ, ਉਹਨਾਂ ਦੇ ਵਿੱਚ ਵੀ ਆਪਾਂ ਸੰਕਰਨ ਕਰਵਾ ਸਕਦੇ ਹਾਂ। ਫਸਲ ਸੁਧਾਰ ਦਾ ਦੂਜਾ ਤਰੀਕਾ ਆਪਣੇ ਕੋਲ ਕੀ ਆ? ਇੱਛੁਕ ਗੁਣਾਂ ਵਾਲੇ ਜੀਨਾਂ ਦਾ ਪਾਉਣਾ, ਕਿ ਜਿਹੜੀ ਫਸਲ ਦੇ ਵਿੱਚ ਆਪਾਂ ਜਾਂ ਜਿਹੜੇ ਪੌਦਿਆਂ ਦਾ ਸੰਕਰਨ ਕਰਵਾ ਰਹੇ ਹਾਂ ਅਤੇ ਜਿਹੜੇ ਗੁਣ ਆਪਾਂ ਨੂੰ ਚਾਹੀਦੇ ਆ ਆਪਾਂ ਉਹਨਾਂ ਹੀ ਜੀਨਾਂ ਨੂੰ ਉਹਨਾਂ ਦੇ ਵਿੱਚ ਪਾ ਦਿੰਦੇ ਹਾਂ। ਤਾਂ ਜਿਹੜਾ ਇਸ ਤਰ੍ਹਾਂ ਆਪਣੇ ਕੋਲ ਨਵਾਂ ਪੌਦਾ ਬਣ ਰਿਹਾ ਤਾਂ ਉਹ ਅਨੁਵੰਸ਼ਿਕ ਤੌਰ 'ਤੇ ਰੂਪਾਂਤਰਿਤ ਫਸਲ, ਕਿ ਇੱਕ ਨਵੀਂ ਅਲੱਗ ਤਰ੍ਹਾਂ ਦੀ ਫਸਲ ਆਪਾਂ ਨੂੰ ਮਿਲਦੀ ਆ। ਤਾਂ ਫਸਲਾਂ ਦੇ ਲਈ ਆਪਾਂ ਨੂੰ ਨਵੀਆਂ ਕਿਸਮਾਂ ਅਪਣਾਉਣੀਆਂ ਚਾਹੀਦੀਆਂ ਨੇ। ਤਾਂ ਉਹਦੇ ਲਈ ਕੀ ਹੋ ਜਾਊਗਾ? ਜੇ ਆਪਾਂ ਇਹ ਕਿਸਮਾਂ ਨੇ, ਇਹ ਪ੍ਰਸਥਿਤੀਆਂ ਨੇ, ਇਹ ਤਰੀਕੇ ਅਪਣਾਵਾਂਗੇ ਤਾਂ ਉਹ ਜਿਹੜੇ ਵੱਖ-ਵੱਖ ਖੇਤਰ ਨੇ ਉਹਨਾਂ ਦੇ ਵਿੱਚ ਸਾਰੀਆਂ ਦੀਆਂ ਕਿਸਮਾਂ ਨੇ ਦੀਆਂ ਜ਼ਰੂਰਤਾਂ ਉਹ ਵੱਖ-ਵੱਖ ਹੁੰਦੀਆਂ। ਹੁਣ ਜੇ ਜ਼ਰੂਰਤਾਂ ਵੱਖ-ਵੱਖ ਹੋਣਗੀਆਂ ਤਾਂ ਹੀ ਆਪਣੇ ਕੋਲ ਜੋ ਜ਼ਰੂਰਤਾਂ ਪੂਰੀਆਂ ਹੋਣਗੀਆਂ ਤਾਂ ਉਹ ਫਸਲ ਚੰਗਾ ਝਾੜ ਦੇਊਗੀ।
ਤਾਂ ਜਿਹੜੇ ਕਿਸਾਨ ਇਹ ਖੇਤੀ ਕਰਦੇ ਆ ਉਹਨਾਂ ਨੂੰ ਵਧੀਆ ਕਿਸਮ ਦੇ ਬੀਜ ਦੇਣੇ ਚਾਹੀਦੇ ਆ। ਇਹ ਬੀਜ ਇੱਕ ਹੀ ਕਿਸਮ ਦੇ ਹੋਣੇ ਚਾਹੀਦੇ ਅਤੇ ਇੱਕੋ ਜਿਹੇ ਹਾਲਾਤਾਂ ਹੇਠ ਪੁੰਗਰ ਸਕਣ। ਖੇਤੀ ਪੱਧਤੀਆਂ ਅਤੇ ਫਸਲ ਦਾ ਉਤਪਾਦਨ। ਹੁਣ ਜਿਹੜੀ ਆਪਾਂ ਫਸਲ ਉਗਾ ਰਹੇ ਹਾਂ ਉਹ ਕਿਹਦੇ ਉੱਪਰ ਨਿਰਭਰ ਕਰਦੀ ਆ ਕਿ ਉਸ ਜਗ੍ਹਾ ਦਾ ਮੌਸਮ ਕਿਵੇਂ ਦਾ, ਮਿੱਟੀ ਕਿਵੇਂ ਦੀ ਆ, ਕਿੰਨਾ ਪਾਣੀ ਉੱਥੇ ਮਿਲਦਾ ਏ। ਹੁਣ ਜੇ ਆਪਾਂ ਕਹਿ ਦਈਏ ਕਿ ਪੰਜਾਬ ਦੇ ਵਿੱਚ ਹੁਣ ਆਪਾਂ ਝੋਨਾ ਲਗਾ ਰਹੇ ਹਾਂ ਤਾਂ ਆਪਾਂ ਲਗਾ ਰਹੇ ਹਾਂ ਕਿ ਇੱਥੇ ਆਪਾਂ ਨੂੰ ਪਾਣੀ ਆਸਾਨੀ ਦਾ ਮਿਲ ਜਾਂਦਾ ਹੈ। ਪਰ ਜੇ ਇਹੀ ਆਪਾਂ ਝੋਨੇ ਦੀ ਖੇਤੀ ਪਹਾੜਾਂ ਦੇ ਵਿੱਚ ਕਰੀਏ ਤਾਂ ਉੱਥੇ ਤਾਂ ਆਪਾਂ ਇੰਨਾ ਪਾਣੀ ਉਹਨਾਂ ਨੂੰ ਨਹੀਂ ਦੇ ਸਕਦੇ। ਉੱਥੇ ਵੀ ਆਪਾਂ ਜੇ ਖੇਤੀ ਕਰਦੇ ਹਾਂ ਤਾਂ ਆਪਾਂ ਪੌੜੀ ਨੂੰਆਂ ਖੇਤੀ ਕਰਦੇ ਹਾਂ ਕਿ ਛੋਟੀਆਂ ਛੋਟੀਆਂ ਪੌੜੀਆਂ ਬਣਾ ਕੇ ਉਹਨਾਂ ਦੇ ਉੱਪਰ ਫਸਲ ਲਗਾਉਂਦੇ ਆ। ਹੁਣ ਪੰਜਾਬ ਦੇ ਵਿੱਚ ਜੇ ਆਪਾਂ ਦੇਖਦੇ ਹਾਂ ਆਪਣੀ ਜਿਹੜੀ ਧਰਤੀ ਆ ਉਹ ਕਿਵੇਂ ਪੱਧਰ ਆ, ਤਾਂ ਆਪਣੇ ਕੋਲ ਖੇਤ ਇੱਕੋ ਲੈਵਲ ਦੇ ਉੱਪਰ ਨੇ। ਫਿਰ ਮੌਸਮ ਦੇ ਹਾਲਾਤਾਂ ਦੇ ਉੱਪਰ ਵੀ ਨਿਰਭਰ ਕਰਦੇ ਕਿ ਸੋਕਾ ਜਾਂ ਹੜ੍ਹ ਜਿਹੜਾ ਆ ਰਿਹਾ ਆਪਾਂ ਨੂੰ ਉਹਦੇ ਬਾਰੇ ਤਾਂ ਪਹਿਲਾਂ ਨਹੀਂ ਪਤਾ ਹੁੰਦਾ, ਬਟ ਆਪਾਂ ਨੂੰ ਇੱਦਾਂ ਦੀਆਂ ਕਿਸਮਾਂ ਜ਼ਿਆਦਾ ਲਾਭਦਾਇਕ ਆ ਜਿਹੜੀਆਂ ਵੱਖ-ਵੱਖ ਜਲਵਾਯੂ ਦੇ ਵਿੱਚ ਉੱਗ ਸਕਣ। ਇਸੇ ਕਰਕੇ ਇੱਦਾਂ ਦੀਆਂ ਕਿਸਮਾਂ ਬਣਾਈਆਂ ਗਈਆਂ ਨੇ ਜਿਹੜੀਆਂ ਜ਼ਿਆਦਾ ਲੂਣੀ ਮਿੱਟੀ ਵਿੱਚ ਵੀ ਉੱਗ ਸਕਦੀਆਂ। ਹੁਣ ਕਿਸਮ ਦੇ ਆਪਾਂ ਜੇ ਸੁਧਾਰ ਕਰਨਾ ਚਾਹੁੰਦੇ ਹਾਂ ਤਾਂ ਕੁਝ ਜ਼ਰੂਰੀ ਕਾਰਕ ਕਿਹੜੇ ਨੇ? ਉੱਚ ਉਤਪਾਦਨ, ਕਿ ਪ੍ਰਤੀ ਏਕੜ ਫਸਲ ਦੇ ਝਾੜ ਵਧਣਾ ਚਾਹੀਦਾ। ਉੱਨਤ ਕਿਸਮਾਂ ਹੋਣੀਆਂ ਚਾਹੀਦੀਆਂ ਕਿ ਜੇ ਫਸਲ ਉਤਪਾਦਨ ਦੀ ਗੁਣਵੱਤਾ ਹਰੇਕ ਫਸਲ ਦੇ ਵਿੱਚ ਅੱਡ-ਅੱਡ ਹੁੰਦੀ ਹੈ। ਹੁਣ ਜੇ ਦਾਲਾਂ ਦੇ ਵਿੱਚ ਦੇਖੀਏ ਤਾਂ ਪ੍ਰੋਟੀਨ ਜ਼ਿਆਦਾ ਨੇ, ਤੇਲ ਬੀਜ ਫਸਲਾਂ ਦੇ ਵਿੱਚ ਤੇਲ ਜ਼ਿਆਦਾ ਏ, ਕਣਕ ਦੇ ਵਿੱਚ ਪਕਾਉਣ ਦੀ ਗੁਣਵੱਤਾ ਏ, ਫਿਰ ਫਲਾਂ ਸਬਜ਼ੀਆਂ ਦੇ ਵਿੱਚ ਸੁਰੱਖਿਅਤਾ ਦਾ ਗੁਣ। ਇਹ ਸਾਰੀਆਂ ਚੀਜ਼ਾਂ ਨੇ ਮਹੱਤਵਪੂਰਨ, ਇਹ ਗੱਲਾਂ ਨੂੰ ਧਿਆਨ ਰੱਖਣਾ ਪੈਂਦਾ। ਜੈਵਿਕ ਤੇ ਅਜੈਵਿਕ ਪ੍ਰਤੀਰੋਧਕਤਾ। ਜੈਵਿਕ ਦੇ ਵਿੱਚ ਆਪਣੇ ਕੋਲ ਕੀ ਆਉਂਦੇ ਨੇ? ਰੋਗ, ਕੀਟ ਤੇ ਗੋਲਕਿਰਮ। ਅਜੈਵਿਕ ਦੇ ਵਿੱਚ ਸੋਕਾ, ਖਾਰਾਪਨ, ਗਰਮੀ, ਠੰਡ, ਕੋਰਾ, ਕਿ ਇਹਨਾਂ ਦੇ ਨਾਲ ਫਸਲ ਉਤਪਾਦਨ ਦੇ ਉੱਪਰ ਕੀ ਅਸਰ ਪੈ ਰਿਹਾ। ਜੈਵਿਕ ਤੇ ਅਜੈਵਿਕ ਕਾਰਕ ਕੀ ਕਰਦੇ ਨੇ? ਫਸਲ ਉਤਪਾਦਨ ਘੱਟ ਕਰ ਸਕਦੇ ਆ। ਅਤੇ ਇਹਨਾਂ ਪਰਿਸਥਿਤੀਆਂ ਨੂੰ ਜਿਹੜੀ ਫਸਲ ਸਹਿ ਸਕਦੀ ਆ ਤਾਂ ਸਹਿ ਸਕਣ ਵਾਲੀਆਂ ਕਿਸਮਾਂ ਨੇ ਉਹੀ ਫਸਲ ਉਤਪਾਦਨ ਦੇ ਵਿੱਚ ਸੁਧਾਰ ਲਿਆਉਣਗੀਆਂ। ਹੁਣ ਜਿਹੜੀਆਂ ਇਹਨਾਂ ਕਾਰਕਾਂ ਨੂੰ ਸਹਿ ਨਹੀਂ ਸਕਦੀਆਂ ਉਹਨਾਂ ਨੇ ਕੀ ਆ? ਆਪਾਂ ਨੂੰ ਵਧੀਆ ਫਸਲ ਨਹੀਂ ਦੇਣੀ। ਨੈਕਸਟ ਹੈ ਪੱਕਣ ਦਾ ਸਮਾਂ ਵਿੱਚ ਪਰਿਵਰਤਨ। ਹੁਣ ਜਿੰਨਾ ਸਮਾਂ ਆਪਾਂ ਕਿਸੇ ਫਸਲ ਨੂੰ ਬੀਜਣ ਤੋਂ ਲੈ ਕੇ ਕੱਟਣ ਤੱਕ ਦਾ ਨੋਟ ਕਰਦੇ ਹਾਂ ਕਿ ਜੋ ਘੱਟ ਹੋਊਗਾ ਤਾਂ ਉਨੀ ਹੀ ਫਸਲ ਆਪਣੇ ਲਈ ਜ਼ਿਆਦਾ ਵਧੀਆ ਹੋਊਗੀ। ਜੇ ਟਾਈਮ ਘੱਟ ਲੱਗੂਗਾ ਤਾਂ ਕਿਸਾਨ 1 ਸਾਲ ਦੇ ਵਿੱਚ 1 ਤੋਂ ਜ਼ਿਆਦਾ ਫਸਲਾਂ ਉਗਾ ਸਕਦਾ ਏ, ਫਿਰ ਉਹਦਾ ਖਰਚਾ ਵੀ ਘੱਟ ਹੋਊਗਾ। ਹੁਣ ਜੇ ਇੱਕ ਸਮਾਨ ਫਸਲ ਹੈ ਕਿ ਜੇ ਹੁਣ ਆਪਾਂ ਕਣਕ ਦੀ ਗੱਲ ਕਰਦੇ ਕਿ ਕਣਕ ਆਪਾਂ ਖੇਤਾਂ ਦੇ ਵਿੱਚ ਲਗਾਈ ਹੋਈ ਆ ਤਾਂ ਉਹਨੂੰ ਕੱਟਣਾ ਸੌਖਾ ਏ ਅਤੇ ਕਟਾਈ ਦੌਰਾਨ ਕਿ ਨੁਕਸਾਨ ਵੀ ਘੱਟ ਹੁੰਦਾ। ਨੈਕਸਟ ਹੈ ਵਿਆਪਕ ਅਨੁਕੂਲਤਾ। ਵਿਆਪਕ ਅਨੁਕੂਲਤਾ ਦੇ ਵਿੱਚ ਕੀ ਹੈ? ਫਸਲਾਂ ਦਾ ਵਿਕਾਸ ਆ। ਵੱਖ-ਵੱਖ ਵਾਤਾਵਰਣੀ ਹਾਲਤਾਂ ਦੇ ਵਿੱਚ ਫਸਲ ਉਤਪਾਦਨ ਨੂੰ, ਜਿਹੜਾ ਫਸਲ ਉਤਪਾਦਨ ਹੋ ਰਿਹਾ ਅੱਡ-ਅੱਡ ਹਾਲਤਾਂ ਦੇ ਵਿੱਚ ਕਿ ਵੱਖ-ਵੱਖ ਵਾਤਾਵਰਨ ਦੀਆਂ ਹਾਲਤਾਂ ਨੇ ਉਹਨਾਂ ਨੂੰ ਸਥਾਈ ਬਣਾਉਂਦਾ, ਸਥਿਰ ਬਣਾ ਕੇ ਰੱਖਦਾ। ਇਸੇ ਕਰਕੇ ਜਿਹੜੀ ਫਸਲ ਆ ਉਹਦੀ ਇੱਕ ਹੀ ਕਿਸਮ ਨੂੰ ਵੱਖ-ਵੱਖ ਖੇਤਰਾਂ ਦੇ ਵਿੱਚ ਕਿ ਆਪਾਂ ਖੇਤਰ ਅਲੱਗ-ਅਲੱਗ ਲੈ ਰਹੇ, ਵੱਖ-ਵੱਖ ਜਗ੍ਹਾ ਦੇ ਵਿੱਚ ਆਪਾਂ ਦੇਖ ਰਹੇ ਹਾਂ ਤਾਂ ਜਲਵਾਯੂ ਕਿਵੇਂ ਆ ਕਿ ਜੇ ਹੁਣ ਆਪਾਂ ਪਹਾੜਾਂ ਦੇ ਵਿੱਚ ਗੱਲ ਕਰੀਏ ਉੱਥੇ ਜਲਵਾਯੂ ਹੋਰ ਤਰ੍ਹਾਂ ਦੀ ਆ, ਉੱਥੇ ਮੌਸਮ ਹੋਰ ਆ। ਪੰਜਾਬ ਦੇ ਵਿੱਚ ਆਪਣੇ ਕੋਲ ਮੌਸਮ ਹੋਰ ਆ। ਤਾਂ ਵੱਖ-ਵੱਖ ਖੇਤਰਾਂ ਵਿੱਚ ਜਲਵਾਯੂ ਦੀਆਂ ਵੱਖ-ਵੱਖ ਹਾਲਤਾਂ ਵਿੱਚ ਉਗਾਇਆ ਜਾ ਸਕਦਾ। ਪਰ ਆਪਾਂ ਖੇਤੀ ਕਿਹਦੀ ਕਰ ਰਹੇ ਹਾਂ? ਅਤੇ ਇੱਕੋ ਹੀ ਕਿਸਮ ਦੀ ਆਪਾਂ ਉਸ ਦੀ ਗੱਲ ਕਰ ਰਹੇ ਹਾਂ ਕਿ ਫਸਲ ਦੀ ਇੱਕੋ ਹੀ ਕਿਸਮ ਹੋਣੀ ਚਾਹੀਦੀ ਆ। ਵੱਖ-ਵੱਖ ਖੇਤਰਾਂ ਦੇ ਵਿੱਚ ਜਿਹੜਾ ਜਲਵਾਯੂ ਦਾ ਅੰਤਰ ਆ ਰਿਹਾ ਉਹਨਾਂ ਦੇ ਵਿੱਚ ਵੀ ਆਪਾਂ ਉਹਨਾਂ ਨੂੰ ਉਗਾ ਸਕਦੇ ਹਾਂ। ਨੈਕਸਟ ਹੈ ਇੱਛੁਕ ਖੇਤੀ ਫਸਲਾਂ ਦੇ ਗੁਣ। ਜਿਹੜੀਆਂ ਚਾਰੇ ਵਾਲੀਆਂ ਫਸਲਾਂ ਨੇ ਉਹ ਲੰਬੀਆਂ ਅਤੇ ਜ਼ਿਆਦਾ ਸ਼ਾਖਾ ਹੋਣਾ ਇੱਛੁਕ ਗੁਣ ਕਿ ਆਪਾਂ ਨੂੰ ਇੱਦਾਂ ਦੀ ਫਸਲ ਚਾਹੀਦੀ ਆ। ਬਟ ਜਿਹੜੀਆਂ ਅਨਾਜ ਵਾਲੀਆਂ ਫਸਲਾਂ ਨੇ ਉਹ ਬੌਨੀਆਂ ਹੋਣੀਆਂ ਚਾਹੀਦੀਆਂ, ਬੌਨਾਪਨ ਹੋਣਾ ਚਾਹੀਦਾ। ਜੇ ਛੋਟੇ ਪੌਦੇ ਹੋਣਗੇ ਤਾਂ ਉਹ ਕੀ ਕਰਨਗੇ? ਮਿੱਟੀ ਦੇ ਵਿੱਚੋਂ ਘੱਟ ਪੋਸ਼ਕ ਤੱਤ ਚੂਸਣਗੇ। ਤਾਂ ਇਸੇ ਕਰਕੇ ਜਿਹੜੇ ਇੱਛੁਕ ਗੁਣਾਂ ਵਾਲੀਆਂ ਖੇਤੀ ਫਸਲਾਂ ਨੇ ਉਹਨਾਂ ਨੂੰ ਪੈਦਾ ਕਰਦੇ ਆ ਤਾਂ ਉਤਪਾਦਨ ਜ਼ਿਆਦਾ ਵਧਾ ਸਕਦੇ ਹਾਂ। ਨੈਕਸਟ ਹੈ ਫਸਲ ਉਤਪਾਦਨ ਪ੍ਰਬੰਧਨ। ਹਾਂ, ਜਿਹੜੇ ਦੂਜੇ ਖੇਤੀ ਪ੍ਰਧਾਨ ਦੇਸ਼ ਆ ਤਾਂ ਉਹਨਾਂ ਦੇ ਵਿੱਚ ਖੇਤੀ ਕਿਵੇਂ ਹੁੰਦੀ ਹੈ ਕਿ ਛੋਟੇ-ਛੋਟੇ ਖੇਤਾਂ ਤੋਂ ਲੈ ਕੇ ਵੱਡੇ ਖੇਤੀ ਫਾਰਮਾਂ ਤੱਕ ਹੁੰਦੀ। ਤਾਂ ਇਸ ਕਰਕੇ ਕਿਸਾਨਾਂ ਦੇ ਕੋਲ ਜ਼ਮੀਨ, ਧਨ, ਸੂਚਨਾ, ਟੈਕਨੋਲੋਜੀ ਦੀ ਜਾਣਕਾਰੀ ਘੱਟ ਜਾਂ ਵੱਧ ਹੋ ਸਕਦੀ ਹੈ। ਫਿਰ ਇਹਨਾਂ ਦੇ ਨਾਲ ਹੀ ਧਨ ਅਤੇ ਆਰਥਿਕ ਹਾਲਤਾਂ ਨੇ ਉਹ ਵੀ ਇਸ ਖੇਤੀ ਪ੍ਰਣਾਲੀ ਨੂੰ ਹੈਗੇ ਨੇ ਉਹਨਾਂ ਦੇ ਉੱਪਰ ਅਸਰ ਪਾਉਂਦੇ ਨੇ, ਨਿਰਭਰ ਕਰਦੀਆਂ ਨੇ। ਖੇਤੀ ਤਕਨੀਕਾਂ ਆਪਾਂ ਕਿਹੜੀਆਂ ਅਪਣਾ ਰਹੇ ਨੇ ਸਾਰੀਆਂ ਕੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਆ। ਜ਼ਿਆਦਾ ਨਿਵੇਸ਼ ਅਤੇ ਉਤਪਾਦਨ ਦਾ ਆਪਸ ਵਿੱਚ ਸੰਬੰਧ ਹੈ ਕਿ ਆਪਾਂ ਜਿੰਨਾ ਜ਼ਿਆਦਾ ਪੈਸਾ ਲਗਾ ਰਹੇ ਹਾਂ, ਜਿੰਨਾ ਨਿਵੇਸ਼ ਜ਼ਿਆਦਾ ਕਰ ਰਹੇ ਹਾਂ ਫਸਲ ਦੇ ਵਿੱਚ, ਓਨਾ ਹੀ ਉਤਪਾਦਨ ਜ਼ਿਆਦਾ ਹੋਊਗਾ। ਜੇ ਜ਼ਿਆਦਾ ਫਸਲ ਬੀਜਾਂਗੇ ਤਾਂ ਹੀ ਆਪਣੇ ਕੋਲ ਜ਼ਿਆਦਾ ਫਸਲ ਉਤਪਾਦਨ ਦੇ ਵਿੱਚ ਮਿਲੂਗੀ। ਹੁਣ ਕਿਸਾਨ ਦੀ ਨਿਵੇਸ਼ ਕਰਨ ਲਈ ਖਰੀਦ ਸਮਰੱਥਾ ਇਹ ਨਿਰਧਾਰਤ ਕਰਦੀ ਕਿ ਕਿੰਨਾ ਨਿਵੇਸ਼ ਕਰ ਰਿਹਾ, ਕਿ ਉਹਨੇ ਕਿਹੜੀ ਫਸਲ ਪ੍ਰਣਾਲੀ ਅਪਣਾਈ ਆ ਅਤੇ ਉਹਦਾ ਉਤਪਾਦਨ ਕਿਵੇਂ ਦਾ ਹੋਊਗਾ। ਇਸ ਕਰਕੇ ਉਤਪਾਦਨ ਦਾ ਪੱਧਰ ਕੀ ਆ? ਅਲੱਗ-ਅਲੱਗ ਹੋ ਸਕਦੇ ਆ। ਤਾਂ ਇਹ ਕਿਵੇਂ ਦਾ ਹੋ ਸਕਦਾ? ਬਿਨਾਂ ਲਾਗਤ, ਕਿ ਬਿਨਾਂ ਪੈਸਾ ਲਾਏ ਹੀ ਉਹਨੇ ਫਸਲ ਪ੍ਰਾਪਤ ਕੀਤੀ ਹੈ, ਜਾਂ ਅਲਪ ਲਾਗਤ ਘੱਟ ਲਾਗਤ ਦੇ ਨਾਲ, ਫਿਰ ਉੱਚ ਲਾਗਤ ਜ਼ਿਆਦਾ ਲਾਗਤ ਕਿ ਜ਼ਿਆਦਾ ਖਰਚਾ ਹੋ ਰਿਹਾ। ਪੋਸ਼ਕ ਪ੍ਰਬੰਧਨ, ਜਿਵੇਂ ਹੁਣ ਆਪਾਂ ਨੂੰ ਵਾਧੇ ਵਿਕਾਸ ਅਤੇ ਸਿਹਤਮੰਦ ਰਹਿਣ ਦੇ ਲਈ ਕਿ ਜੇ ਆਪਾਂ ਆਪਣੇ ਸਰੀਰ ਦਾ ਵਾਧਾ ਕਰਨਾ ਚਾਹੁੰਦੇ ਹਾਂ
ਸਿਹਤਮੰਦ ਰਹਿਣਾ ਚਾਹੁੰਦੇ ਆ ਤਾਂ ਭੋਜਨ ਦੀ ਲੋੜ ਹੁੰਦੀ। ਇਸੇ ਤਰ੍ਹਾਂ ਪੌਦਿਆਂ ਨੂੰ ਵੀ ਲੋੜ ਹੁੰਦੀ ਆ। ਉਹ ਤਾਂ ਉਹ ਕਿਹੜੇ ਪਦਾਰਥਾਂ ਦੀ ਲੋੜ ਹੁੰਦੀ ਆ? ਪੋਸ਼ਕ ਪਦਾਰਥਾਂ ਦੀ। ਤਾਂ ਉਹ ਪੋਸ਼ਕ ਤੱਤ ਨੇ ਹਵਾ, ਪਾਣੀ ਅਤੇ ਮਿੱਟੀ ਤੋਂ ਪ੍ਰਾਪਤ ਕਰਦੇ ਆ। ਪੌਦਿਆਂ ਦੇ ਲਈ ਕਿੰਨੇ ਤੱਤ ਜ਼ਰੂਰੀ ਆ? 16 ਦੇ ਵਿੱਚੋਂ 13 ਪੋਸ਼ਕ ਤੱਤ ਨੂੰ ਮਿੱਟੀ ਤੋਂ ਮਿਲਦੇ ਆ। ਇਹਨਾਂ 13 ਪੋਸ਼ਕਾਂ ਦੇ ਵਿੱਚੋਂ 6 ਤੱਤ ਨੇ ਜਿਹੜੇ ਜ਼ਿਆਦਾ ਚਾਹੀਦੇ ਨੇ, ਤਾਂ ਉਹ ਬਹੁਮਾਤਰੀ ਪੋਸ਼ਕ ਤੱਤ ਆ। 7 ਉਹਨੂੰ ਘੱਟ ਮਾਤਰਾ ਦੇ ਵਿੱਚ ਚਾਹੀਦੇ ਹੁੰਦੇ ਆ, ਤਾਂ ਉਹ ਕਿਹੜੇ ਤੱਤ ਹੋ ਜਾਣਗੇ? ਘੱਟ ਮਾਤਰੀ ਪੋਸ਼ਕ ਤੱਤ। ਹੁਣ ਜੇ ਇਹਨਾਂ ਪੋਸ਼ਕ ਤੱਤਾਂ ਦੀ ਕਮੀ ਹੋ ਜੂਗੀ ਤਾਂ ਪੌਦਿਆਂ ਦੇ ਵਿੱਚ ਕੀ ਹੋਊਗਾ? ਜਨਨ ਕਿਰਿਆ ਨੇ, ਵਾਧਾ, ਰੋਗ ਪ੍ਰਤੀਰੋਧਕਤਾ ਨੂੰ ਪ੍ਰਭਾਵਿਤ ਕਰਦੇ ਆ। ਇਸ ਲਈ ਉਤਪਾਦਨ ਨੂੰ ਵਧਾਉਣ ਦੇ ਲਈ ਮਿੱਟੀ ਦੇ ਵਿੱਚ ਇਹਨਾਂ ਪੋਸ਼ਕਾਂ ਨੂੰ, ਹੁਣ ਜੇ ਆਪਾਂ ਉਤਪਾਦਨ ਵਧਾਉਣਾ ਚਾਹੁੰਦੇ ਹਾਂ ਤਾਂ ਮਿੱਟੀ ਦੇ ਵਿੱਚ ਆਪਾਂ ਨੂੰ ਦੇਸੀ ਜਾਂ ਰਸਾਇਣਿਕ ਖਾਦਾਂ ਦੀ ਵਰਤੋਂ ਕਰਨੀ ਪੈਂਦੀ ਹੈ ਤਾਂ ਕਿ ਉਹਦੀ ਉਪਜਾਊ ਸ਼ਕਤੀ ਵਧਾਈ ਜਾ ਸਕੇ। ਨੈਕਸਟ ਹੈਗਾ ਇਹ ਖਾਦ। ਖਾਦ ਦੇ ਵਿੱਚ ਕਾਰਬਨਿਕ ਪਦਾਰਥਾਂ ਦੀ ਮਾਤਰਾ ਜ਼ਿਆਦਾ ਹੁੰਦੀ ਆ ਅਤੇ ਇਹ ਮਿੱਟੀ ਨੂੰ ਕੀ ਕਰਦੇ ਨੇ? ਘੱਟ ਮਾਤਰਾ ਦੇ ਵਿੱਚ ਪੋਸ਼ਕ ਤੱਤ ਦਿੰਦੇ ਆ। ਅਤੇ ਇਸ ਖਾਦ ਨੂੰ ਆਪਾਂ ਕਿਵੇਂ ਬਣਾ ਸਕਦੇ ਹਾਂ? ਜੀਵ ਜੰਤੂਆਂ ਦੇ ਮਲ ਮੂਤਰ ਅਤੇ ਜਿਹੜੇ ਆਪਣੇ ਪੌਦੇ ਨੇ ਗਲ ਸੜ ਚੁੱਕੇ ਆ ਉਹਨਾਂ ਨੂੰ ਆਪਾਂ ਅਪਘਟਿਤ ਕਰਦੇ ਹਾਂ, ਤੋੜਦੇ ਹਾਂ, ਇਹਨਾਂ ਦੇ ਵਿੱਚੋਂ ਅਪਘਟਿਤ ਹੋ ਜਾਂਦੇ ਆ। ਤਾਂ ਇਹ ਖਾਦ ਕੀ ਕਰਦੀ ਹੈ? ਮਿੱਟੀ ਨੂੰ ਪੋਸ਼ਕਾਂ ਅਤੇ ਕਾਰਬਨਿਕ ਪਦਾਰਥਾਂ ਦੇ ਨਾਲ ਭਰਪੂਰ ਕਰ ਦਿੰਦੀ ਹੈ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਵੱਧ ਜਾਂਦੀ ਹੈ ਕਿ ਜਿਹੜੇ ਤੱਤਾਂ ਦੀ ਘਾਟ ਸੀਗੀ ਉਹ ਸਾਰੇ ਕਾਰਬਨਿਕ ਪਦਾਰਥ ਮਿੱਟੀ ਨੂੰ ਮਿਲ ਜਾਂਦੇ ਆ। ਹੁਣ ਖਾਦ ਵਿੱਚ ਜਿਹੜੇ ਕਾਰਬਨਿਕ ਪਦਾਰਥਾਂ ਦੀ ਮਾਤਰਾ ਹੈ ਉਹ ਮਿੱਟੀ ਦੀ ਰਚਨਾ ਦੇ ਵਿੱਚ ਵੀ ਸੁਧਾਰ ਕਰਦੇ ਆ ਕਿ ਉਹਦੀ ਉਪਜਾਊ ਸ਼ਕਤੀ ਵੱਧ ਰਹੀ ਆ ਤਾਂ ਫਸਲ ਵੀ ਆਪਣੀ ਜ਼ਿਆਦਾ ਵਧੀਆ ਹੋਊਗੀ। ਰੇਤਲੀ ਮਿੱਟੀ ਕੀ ਕਰ ਸਕਦੀ? ਪਾਣੀ ਨੂੰ ਜ਼ਿਆਦਾ ਸੋਖ ਸਕਦੀ ਆ। ਚੀਕਣੀ ਮਿੱਟੀ ਦੇ ਵਿੱਚ ਜੇ ਕਾਰਬਨਿਕ ਪਦਾਰਥਾਂ ਦੀ ਮਾਤਰਾ ਜ਼ਿਆਦਾ ਹੋਊਗੀ ਤਾਂ ਪਾਣੀ ਕੱਢਣ 'ਚ ਸਹਾਇਤਾ ਕਰਦੀ ਆ ਅਤੇ ਸੇਮ ਆਉਣ ਤੋਂ ਬਚਾਅ ਕਰਦੀ। ਖਾਦ ਨੂੰ ਆਪਾਂ ਕਿਵੇਂ ਬਣਾ ਸਕਦੇ ਹਾਂ? ਜੈਵਿਕ ਰਹਿੰਦ ਖੂੰਹਦ ਵਰਤ ਲੈਂਦੇ ਹਾਂ। ਇਸੇ ਕਰਕੇ ਵਾਤਾਵਰਨ ਨੂੰ ਆਪਾਂ ਕਿ ਰਸਾਇਣਿਕ ਖਾਦਾਂ ਦੀ ਜੇ ਵਰਤੋਂ ਘੱਟ ਕਰਾਂਗੇ ਤਾਂ ਆਪਾਂ ਵਾਤਾਵਰਨ ਨੂੰ ਬਚਾ ਸਕਦੇ ਹਾਂ। ਜੈਵਿਕ ਰਹਿੰਦ ਖੂੰਹਦ ਨੂੰ ਵਰਤਣਾ ਖੇਤੀਬਾੜੀ ਦੀ ਰਹਿੰਦ ਖੂੰਹਦ ਦੇ ਕੇ ਹਨ। ਜੈਵਿਕ ਜਿਵੇਂ ਆਪਾਂ ਗੱਲ ਕੀਤੀ ਸੀਗੀ ਕਿ ਪਸ਼ੂਆਂ ਦਾ ਮਲ ਮੂਤਰ ਆ, ਜਿਵੇਂ ਆਪਾਂ ਗੋਬਰ ਦੀ ਗੱਲ ਕਰਦੇ ਹਾਂ। ਹੁਣ ਜੇ ਖੇਤੀ ਦੇ ਵਿੱਚ ਆਪਾਂ ਇਹਨਾਂ ਨੂੰ ਵਰਤ ਰਹੇ ਹਾਂ ਤਾਂ ਖੇਤੀਬਾੜੀ ਦੀ ਜਿਹੜੀ ਰਹਿੰਦ ਖੂੰਹਦ ਆ ਉਹਦਾ ਪੁਨਰ ਚੱਕਰ, ਉਹਨੂੰ ਦੁਬਾਰਾ ਵੀ ਵਰਤ ਸਕਦੇ ਹਾਂ। ਉਹਦੇ ਲਈ ਵਧੀਆ ਤਰੀਕਾ, ਹੁਣ ਖਾਦਾਂ ਨੂੰ ਆਪਾਂ ਕਿਹੜੇ ਢੰਗ ਨਾਲ ਬਣਾ ਸਕਦੇ ਹਾਂ? ਕੰਪੋਸਟ ਅਤੇ ਵਰਮੀ ਕੰਪੋਸਟ। ਕੰਪੋਸਟ ਨੂੰ ਕਿਵੇਂ ਬਣਾਉਂਦੇ ਹਾਂ ਕਿ ਇਸ ਪ੍ਰਕਿਰਿਆ ਦੇ ਵਿੱਚ ਜਿਹੜੀ ਖੇਤੀਬਾੜੀ ਦੀ ਰਹਿੰਦ ਖੂੰਹਦ ਆ, ਜਿਵੇਂ ਪਸ਼ੂਆਂ ਦਾ ਮਲ ਮੂਤਰ ਹੋ ਗਿਆ, ਗੋਬਰ, ਫਿਰ ਸਬਜ਼ੀਆਂ ਦੇ ਛਿਲਕੇ, ਕਚਰਾ, ਇਹ ਕੂੜਾ ਕਰਕਟ ਹੋ ਗਿਆ, ਜਾਨਵਰਾਂ ਦਾ ਬਚਿਆ ਹੋਇਆ ਚਾਰਾ, ਘਰੇਲੂ ਕੂੜਾ ਕਰਕਟ ਜਿਹੜਾ ਆਪਣੇ ਘਰਾਂ ਦੇ ਵਿੱਚ ਆਪਾਂ ਝਾੜੂ ਲਗਾਉਂਦੇ ਹਾਂ ਤਾਂ ਕੂੜਾ ਬਾਹਰ ਨਿਕਲਦਾ, ਫਿਰ ਤੂੜੀ ਨਦੀਨ, ਸਾਰਿਆਂ ਨੂੰ ਇੱਕ ਟੋਏ ਦੇ ਵਿੱਚ ਗਲਣ ਲਈ ਰੱਖ ਦਿੰਦੇ ਆ। ਤਾਂ ਕੰਪੋਸਟ ਦੇ ਵਿੱਚ ਕੀ ਹੋਊਗਾ? ਜਿਹੜੇ ਕਾਰਬਨਿਕ ਪਦਾਰਥ ਅਤੇ ਪੋਸ਼ਕ ਤੱਤ ਜ਼ਿਆਦਾ ਮਾਤਰਾ ਦੇ ਵਿੱਚ ਹੁੰਦੇ ਆ। ਇਸ ਲਈ ਕੰਪੋਸਟ ਨੂੰ ਆਪਾਂ ਬਣਾਉਣ ਦੇ ਵਿੱਚ ਆਪਾਂ ਗੰਡੋਇਆਂ ਦੀ ਵੀ ਵਰਤੋਂ ਕਰ ਸਕਦੇ ਹਾਂ। ਅਤੇ ਕੀ ਕਰਦੇ ਆ? ਪੌਦੇ ਅਤੇ ਜੀਵ ਜੰਤੂਆਂ ਦੀ ਰਹਿੰਦ ਖੂੰਹਦ ਦੀ ਅਪਘਟਨ ਕਿਰਿਆ। ਜੇ ਆਪਾਂ ਗੰਡੋਏ ਦੀ ਵਰਤੋਂ ਕਰ ਰਹੇ ਹਾਂ, ਉਸ ਟੋਏ ਦੇ ਵਿੱਚ ਆਪਾਂ ਗੰਡੋਇਆਂ ਨੂੰ ਛੱਡਦੇ ਹਾਂ ਅਤੇ ਇਹ ਉਹਨਾਂ ਪਦਾਰਥਾਂ ਨੂੰ ਜ਼ਿਆਦਾ ਤੇਜ਼ੀ ਦੇ ਨਾਲ ਤੋੜਨਗੇ। ਜੇ ਅਪਘਟਿਤ ਜ਼ਿਆਦਾ ਜਲਦੀ ਹੋਣਗੇ ਤਾਂ ਖਾਦ ਜ਼ਿਆਦਾ ਜਲਦੀ ਤਿਆਰ ਹੋ ਜਾਊ। ਤਾਂ ਇਹ ਕਿਹੜਾ ਆਪਣੇ ਕੋਲ ਢੰਗ ਹੋ ਜਾਊਗਾ? ਵਰਮੀ ਕੰਪੋਸਟ ਦਾ। ਨੈਕਸਟ ਹੈਗਾ ਇਹ ਹਰੀ ਖਾਦ। ਤਾਂ ਕੁਝ ਫਸਲਾਂ ਜਿਵੇਂ ਗੁਆਰਾ ਅਤੇ ਮੂੰਗ ਆ, ਆਪਾਂ ਇਹਨਾਂ ਨੂੰ ਕੀ ਕਰਦੇ ਹਾਂ? ਖੇਤਾਂ ਦੇ ਵਿੱਚ ਉਗਾ ਕੇ ਦੁਬਾਰਾ ਹਲ ਚਲਾ ਦਿੰਦੇ ਹਾਂ ਅਤੇ ਜਦੋਂ ਹਲ ਚਲਾ ਦਾਂਗੇ ਇਹਨਾਂ ਨੇ ਵਾਪਸ ਹੀ ਮਿੱਟੀ ਦੇ ਵਿੱਚ ਮਿਲ ਜਾਣਾ। ਤਾਂ ਇਹ ਹਰੇ ਪੌਦੇ ਕੀ ਕਰਨਗੇ? ਫਿਰ ਮਿੱਟੀ ਦੇ ਵਿੱਚ ਮਿਲ ਕੇ ਹਰੀ ਖਾਦ ਬਣਾਉਂਦੇ ਆ। ਤਾਂ ਇਸ ਤਰ੍ਹਾਂ ਮਿੱਟੀ ਨੂੰ ਫਿਰ ਕਿਹੜੇ ਤੱਤ ਮਿਲ ਜਾਣਗੇ? ਨਾਈਟ੍ਰੋਜਨ ਅਤੇ ਫਾਸਫੋਰਸ। ਨੈਕਸਟ ਹੈ ਰਸਾਇਣਿਕ ਖਾਦਾਂ। ਰਸਾਇਣਿਕ ਖਾਦਾਂ ਆਪਾਂ ਫੈਕਟਰੀਆਂ ਦੇ ਵਿੱਚ ਤਿਆਰ ਕਰਦੇ ਹਾਂ ਅਤੇ ਇਹ ਰਸਾਇਣਿਕ ਖਾਦਾਂ ਕੀ ਆ? ਇੱਕ ਪੋਸ਼ਕ ਤੱਤ ਵਿੱਚ ਪ੍ਰਧਾਨ ਹੁੰਦੀਆਂ, ਮਤਲਬ ਜ਼ਿਆਦਾ ਹੁੰਦਾ ਇਹਨਾਂ ਦੇ ਵਿੱਚ ਕਿ ਜੇ ਹੁਣ ਫਸਲ ਨੂੰ ਨਾਈਟ੍ਰੋਜਨ ਦੀ ਘਾਟ ਆ ਤਾਂ ਆਪਾਂ ਨਾਈਟ੍ਰੋਜਨ ਵਾਲੀ ਖਾਦ ਪਾਵਾਂਗੇ, ਫਾਸਫੋਰਸ ਅਤੇ ਪੋਟਾਸ਼ੀਅਮ ਦੀ ਘਾਟ ਆ ਤਾਂ ਉਹ ਵਾਲੀਆਂ ਖਾਦਾਂ ਪਾਵਾਂਗੇ ਜਿਨ੍ਹਾਂ ਦੇ ਵਿੱਚ ਫਾਸਫੋਰਸ ਅਤੇ ਪੋਟਾਸ਼ੀਅਮ ਹੋਵੇ। ਹੁਣ ਜੇ ਇਹਨਾਂ ਦੀ ਵਰਤੋਂ ਕਰਦੇ ਹਾਂ ਤਾਂ ਪੌਦਿਆਂ ਦੀ ਜਿਹੜੀ ਕਾਇਆ ਵਿਧੀ, ਮਤਲਬ ਟਾਹਣੀਆਂ ਨੇ, ਪੱਤੇ ਆ, ਫੁੱਲ, ਉਹ ਵਧੀਆ ਹੁੰਦੇ ਆ ਅਤੇ ਪੌਦੇ ਸਿਹਤਮੰਦ ਹੁੰਦੇ ਆ। ਬਟ ਰਸਾਇਣਿਕ ਖਾਦਾਂ ਕਿਹੜੀ ਖੇਤੀਬਾੜੀ 'ਚ ਆਉਂਦੇ ਨੇ? ਉੱਚ ਲਾਗਤ, ਕਿਉਂਕਿ ਮਹਿੰਗੀਆਂ ਹੁੰਦੀਆਂ ਨੇ, ਇਹਨਾਂ ਦੇ ਉੱਪਰ ਖਰਚਾ ਜ਼ਿਆਦਾ ਕਰਨਾ ਪੈਂਦਾ ਹੈ। ਤਾਂ ਫਸਲ ਦਾ ਉਤਪਾਦਨ ਵੀ ਇਹਦੇ ਨਾਲ ਵਧੀਆ ਹੁੰਦਾ ਔਰ ਆਪਾਂ ਨੂੰ ਇਹ ਜ਼ਿਆਦਾ ਮਹਿੰਗੀਆਂ ਪੈਂਦੀਆਂ। ਹੁਣ ਜੇ ਰਸਾਇਣਿਕ ਖਾਦਾਂ ਦੀ ਵਰਤੋਂ ਕਰਦੇ ਹਾਂ ਤਾਂ ਇਹਨਾਂ ਦੀ ਵਰਤੋਂ ਧਿਆਨ ਦੇ ਨਾਲ ਕਰਨੀ ਚਾਹੀਦੀ ਆ ਕਿ ਖੇਤ ਵਿੱਚ ਕਿਹੜੀ ਫਸਲ ਨੂੰ ਕਿੰਨੀ ਮਾਤਰਾ ਦੇ ਵਿੱਚ ਰਸਾਇਣਿਕ ਖਾਦ ਚਾਹੀਦੀ ਹੈ, ਕਿਹੜੇ ਟਾਈਮ 'ਤੇ ਪਾਉਣੀ ਆ, ਫਿਰ ਖਾਦ ਪਾਉਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਨੇ। ਹੁਣ ਜੇ ਆਪਾਂ ਰਸਾਇਣਿਕ ਖਾਦਾਂ ਜ਼ਿਆਦਾ ਸਿੰਚਾਈ ਕਰਨਾ, ਜੇ ਆਪਾਂ ਜ਼ਿਆਦਾ ਹੈਗਾ ਕਿ ਪਾਣੀ ਲਗਾਇਆ ਹੋਇਆ ਫਸਲ ਨੂੰ, ਹੁਣ ਜੇ ਉਹਦੇ ਵਿੱਚ ਜਾ ਕੇ ਆਪਾਂ ਰਸਾਇਣਿਕ ਖਾਦ ਪਾ ਰਹੇ ਹਾਂ ਤਾਂ ਉਹਨੇ ਕੀ ਕਰਨਾ? ਪਾਣੀ ਦੇ ਨਾਲ ਹੀ ਵਹਿ ਜਾਣਾ, ਕਿਉਂਕਿ ਇੰਨੀ ਜਲਦੀ ਪੌਦੇ ਉਹਨੂੰ ਨਹੀਂ ਸੋਖ ਸਕਦੇ ਅਤੇ ਰਸਾਇਣਿਕ ਖਾਦਾਂ ਪਾਣੀ ਦਾ ਪ੍ਰਦੂਸ਼ਣ ਵੀ ਫੈਲਾਉਂਦੀਆਂ ਨੇ। ਰਸਾਇਣਿਕ ਖਾਦਾਂ ਦੀ ਜੇ ਆਪਾਂ ਲਗਾਤਾਰ ਵਰਤੋਂ ਕਰੀ ਜਾਵਾਂਗੇ ਤਾਂ ਮਿੱਟੀ ਦੀ ਗੁਣਵੱਤਾ ਦੇ ਵਿੱਚ ਕਮੀ ਆ ਜਾਂਦੀ, ਕਿਉਂਕਿ ਇਹ ਕਾਰਬਨਿਕ ਪਦਾਰਥਾਂ ਦੀ ਪ੍ਰਤੀਪੂਰਤੀ, ਕਿ ਜਿੰਨੇ ਕਾਰਬਨਿਕ ਪਦਾਰਥ ਉਹਨੂੰ ਚਾਹੀਦੇ ਸੀਗੇ ਉਹ ਸਹੀ ਤਰ੍ਹਾਂ ਦੇ ਨਾਲ ਮਿੱਟੀ ਦੇ ਵਿੱਚ ਨਹੀਂ ਮਿਲ ਰਹੇ। ਮਿੱਟੀ ਦੇ ਜਿਹੜੇ ਸੂਖਮ ਜੀਵ ਰਹਿੰਦੇ ਸੀ ਉਹ ਮਰ ਜਾਂਦੇ ਆ। ਤਾਂ ਰਸਾਇਣਿਕ ਖਾਦਾਂ ਦੀ ਵਰਤੋਂ ਦੇ ਨਾਲ ਆਪਾਂ ਨੂੰ ਸਿਰਫ ਫਸਲ ਦਾ ਉਤਪਾਦਨ ਕਿ ਜ਼ਿਆਦਾ ਝਾੜ ਮਿਲ ਜਾਂਦਾ ਘੱਟ ਟਾਈਮ ਦੇ ਵਿੱਚ, ਪਰ ਮਿੱਟੀ ਦੀ ਉਪਜਾਊ ਸ਼ਕਤੀ ਨਸ਼ਟ ਹੋ ਜਾਂਦੀ।
ਨੈਕਸਟ ਹੈ ਜੈਵਿਕ ਖੇਤੀ, ਆਰਗੈਨਿਕ ਫਾਰਮਿੰਗ। ਜੈਵਿਕ ਖੇਤੀ ਇੱਕ ਇੱਦਾਂ ਦੀ ਖੇਤੀ ਹੈ ਜਿਹਦੇ ਵਿੱਚ ਆਪਾਂ ਰਸਾਇਣਿਕ ਖਾਦਾਂ, ਨਦੀਨਨਾਸ਼ਕ, ਪੀੜਕਨਾਸ਼ਕ ਦੀ ਵਰਤੋਂ ਬਿਲਕੁਲ ਨਹੀਂ ਕਰਦੇ। ਹੁਣ ਜੇ ਆਪਾਂ ਇਹਨਾਂ ਖਾਦਾਂ ਦੀ ਵਰਤੋਂ ਜੈਵਿਕ ਜਾਂ ਕਾਰਬਨਿਕ ਖਾਦਾਂ ਦੀ ਵੱਧ ਤੋਂ ਵੱਧ ਵਰਤੋਂ ਕਰਦੇ ਹਾਂ ਖੇਤੀਬਾੜੀ ਦੀ ਰਹਿੰਦ ਖੂੰਹਦ ਦਾ ਪੁਨਰ ਚੱਕਰਨ, ਤਾਂ ਉਹ ਆਪਾਂ ਸਾਰਾ ਕਿੱਥੇ ਯੂਜ਼ ਕਰ ਸਕਦੇ ਹਾਂ? ਜੈਵਿਕ ਖਾਦਾਂ ਬਣਾਉਣ ਦੇ ਲਈ। ਹੁਣ ਜੈਵਿਕ ਕਾਰਕ ਜਿਵੇਂ ਨੀਲੀ ਹਰੀ ਇਕਾਈ ਦੀ ਵਰਤੋਂ, ਦਾਣਿਆਂ ਦੀ ਸਾਂਭ ਸੰਭਾਲ ਦੇ ਲਈ ਆਪਾਂ ਕੀ ਕਰ ਦਿੰਦੇ ਹਾਂ? ਨਿੰਮ ਦੇ ਪੱਤੇ ਵਿੱਚ ਪਾ ਦਿੰਦੇ ਹਾਂ। ਤਾਂ ਇਹ ਸਾਰਾ ਆਪਣੇ ਕੋਲ ਕੀ ਹੈ? ਜੈਵਿਕ ਖੇਤੀ ਦੇ ਵਿੱਚ ਆ ਜਾਂਦਾ ਹੈ। ਤਾਂ ਖੇਤੀਬਾੜੀ ਦੀਆਂ ਵਧੀਆ ਫਸਲੀ ਪ੍ਰਣਾਲੀਆਂ ਕਿਹੜੀਆਂ ਨੇ? ਮਿਸ਼ਰਤ ਫਸਲੀ, ਅੰਤਰ ਫਸਲੀ ਅਤੇ ਫਸਲੀ ਚੱਕਰ। ਇਹਨਾਂ ਦੇ ਨਾਲ ਮਿੱਟੀ ਨੂੰ ਪੋਸ਼ਕ ਤੱਤ ਆਸਾਨੀ ਨਾਲ ਮਿਲ ਜਾਂਦੇ ਆ। ਨੈਕਸਟ ਹੈ ਸਿੰਚਾਈ, ਕਿ ਜਿਹੜੀ ਆਪਣੇ ਕੋਲ ਭਾਰਤ ਦੇ ਵਿੱਚ ਗੱਲ ਕਰਦੇ ਹਾਂ, ਜਿਹੜੀ ਜ਼ਿਆਦਾ ਖੇਤੀ ਆ ਵਰਖਾ 'ਤੇ ਹੀ ਨਿਰਭਰ ਕਰਦੀ ਆ। ਤਾਂ ਜ਼ਿਆਦਾਤਰ ਫਸਲਾਂ ਦੀ ਸਫਲਤਾ, ਹਾਂਜੀ ਸਹੀ ਟਾਈਮ 'ਤੇ ਵਰਖਾ ਹੋ ਰਹੀ ਆ ਤਾਂ ਫਸਲ ਦਾ ਵਿਕਾਸ ਚੰਗੀ ਤਰ੍ਹਾਂ ਹੋਊਗਾ, ਜ਼ਿਆਦਾ ਝਾੜ ਆਪਾਂ ਨੂੰ ਮਿਲ ਜੂ। ਬਟ ਜੇ ਘੱਟ ਵਰਖਾ ਹੋਈ ਹੈ ਜਾਂ ਜਦੋਂ ਫਸਲ ਨੂੰ ਪਾਣੀ ਚਾਹੀਦਾ ਸੀ ਉਹਦੇ ਤੋਂ ਪਹਿਲਾਂ ਜਾਂ ਬਾਅਦ ਵਿੱਚ ਹੋ ਗਈ ਤਾਂ ਆਪਣੀ ਫਸਲ ਕੀ ਆ? ਖਰਾਬ ਹੋ ਜਾਂਦੀ ਹੈ, ਫੇਲ ਹੋ ਜਾਂਦੀ ਆ। ਤਾਂ ਉਤਪਾਦਨ ਕੀ ਹੋਊਗਾ? ਫਿਰ ਘੱਟ ਜੂਗਾ। ਤਾਂ ਇਸੇ ਲਈ ਫਸਲ ਨੂੰ ਵੱਧਦੇ ਸਮੇਂ ਸਹੀ ਪਾਣੀ ਦੀ ਮਾਤਰਾ ਮਿਲ ਜਾਊ ਤਾਂ ਉਤਪਾਦਨ ਵੱਧ ਜੂਗਾ। ਵੱਧ ਤੋਂ ਵੱਧ ਭੂਮੀ ਨੂੰ ਸਿੰਚਾਈ ਹੇਠ ਲਿਆਉਣ ਦੇ ਉਪਰਾਲੇ ਕੀਤੇ ਜਾਂਦੇ ਆ। ਹੁਣ ਉਹਨਾਂ ਦੇ ਵਿੱਚ ਆਪਣੇ ਕੋਲ ਕੀ ਆ ਕਿ ਪਾਣੀ ਦੇ ਅਨੇਕਾਂ ਸਰੋਤ ਨੇ, ਕਿਉਂਕਿ ਵੱਖ-ਵੱਖ ਤਰ੍ਹਾਂ ਦਾ ਜਲਵਾਯੂ ਆ। ਤਾਂ ਉਹ ਪਾਣੀ ਆਪਾਂ ਨੂੰ ਕਿੱਥੋਂ ਮਿਲ ਜਾਂਦਾ? ਖੂਹ, ਨਹਿਰਾਂ ਤੋਂ, ਫਿਰ ਤਲਾਬ ਤੋਂ। ਇਹਨਾਂ ਤੋਂ ਆਪਾਂ ਖੂਹ ਦੇ ਵਿੱਚੋਂ ਟਿਊਬਵੈੱਲ ਰਾਹੀਂ ਪਾਣੀ ਕੱਢਦੇ ਹਾਂ। ਨਹਿਰਾਂ ਦੇ ਵਿੱਚ ਆਪਣੇ ਕੋਲ ਕੀ ਹੈ? ਪਾਣੀ ਇੱਕ ਜਾਂ ਜ਼ਿਆਦਾ ਸੋਮਿਆਂ ਜਾਂ ਨਦੀਆਂ ਤੋਂ ਆਉਂਦਾ। ਫਿਰ ਛੋਟੀਆਂ ਛੋਟੀਆਂ ਨਹਿਰਾਂ ਨਿਕਲਦੀਆਂ ਜਿਹੜੀਆਂ ਅੱਗੇ ਖੇਤਾਂ ਤੱਕ ਜਾਂਦੀਆਂ ਨੇ। ਨਦੀ ਜਲ ਉਠਾਅ ਪ੍ਰਣਾਲੀ, ਤਾਂ ਇਸ ਵਿੱਚ ਕੀ ਹੁੰਦਾ ਹੈ ਕਿ ਜਿਹੜੇ ਖੇਤਰਾਂ ਦੇ ਵਿੱਚ ਜਲ ਸਰੋਤਾਂ ਤੋਂ ਘੱਟ ਪਾਣੀ ਮਿਲਦਾ ਤਾਂ ਨਹਿਰਾਂ ਦਾ ਵਹਾਅ ਅਨਿਯਮਿਤ ਜਾਂ ਘੱਟ ਹੁੰਦਾ, ਉੱਥੇ ਜਲ ਉਠਾਅ ਪ੍ਰਣਾਲੀ ਵਰਤੀ ਜਾਂਦੀ ਆ ਕਿ ਨਦੀਆਂ ਦੇ ਕਿਨਾਰੇ ਜਿਹੜੇ ਖੇਤ ਮੌਜੂਦ ਆ ਉਹਨਾਂ ਨੂੰ ਪਾਣੀ ਦੇਣ ਦੇ ਲਈ ਆਪਾਂ ਨਦੀਆਂ 'ਚੋਂ ਹੀ ਸਿੱਧਾ ਪਾਣੀ ਲੈ ਲੈਂਦੇ ਹਾਂ। ਫਿਰ ਨੈਕਸਟ ਹੈ ਤਲਾਬ, ਛੋਟੇ ਜਲ ਸਰੋਤ ਜਿਹੜੇ ਛੋਟੇ ਖੇਤਰਾਂ 'ਚ ਵਹਿੰਦੇ ਹੋਏ ਪਾਣੀ ਨੂੰ ਇਕੱਠਾ ਕਰਦੇ ਆ। ਜਿੱਥੇ ਪਾਣੀ ਇਕੱਠਾ ਹੋ ਜਾਊਗਾ ਉਹ ਕੀ ਹੋ ਜਾਊਗਾ? ਫਿਰ ਉੱਥੇ ਤਲਾਬ ਬਣ ਜਾਊਗਾ। ਤਾਂ ਉਸ ਤਲਾਬ ਨੂੰ ਆਪਾਂ ਖੇਤੀ ਦੇ ਵਿੱਚ ਪਾਣੀ ਦੇਣ ਦੇ ਲਈ ਯੂਜ਼ ਕਰ ਸਕਦੇ ਹਾਂ। ਹੁਣ ਖੇਤੀਬਾੜੀ ਦੇ ਵਿੱਚ ਪਾਣੀ ਜਿਹੜਾ ਮਿਲ ਰਿਹਾ ਹੈ ਉਹਨੂੰ ਆਪਾਂ ਕਿਵੇਂ ਵਧਾ ਸਕਦੇ ਹਾਂ? ਆਧੁਨਿਕ ਤਰੀਕੇ ਨੇ ਕਿਹੜੇ? ਕਿ ਵਰਖਾ ਦੇ ਪਾਣੀ ਨੂੰ ਇਕੱਠਾ ਕਰ ਲੈਣਾ, ਜਲ ਵੰਡ ਦਾ ਉਚਿਤ ਪ੍ਰਬੰਧਨ, ਕਿ ਪਾਣੀ ਜਿਹੜਾ ਮੀਂਹ ਤੋਂ ਇਕੱਠਾ ਹੋ ਰਿਹਾ ਸੀ ਉਹਨੂੰ ਕਿਵੇਂ ਆਪਾਂ ਇਕੱਠਾ ਕਰਕੇ ਰੱਖਣਾ ਹੈ। ਇਸ ਲਈ ਛੋਟੇ ਬੰਨ੍ਹ ਬਣਾਏ ਜਾਂਦੇ ਆ ਜਿਹੜੇ ਧਰਤੀ ਹੇਠਲੇ ਪਾਣੀ, ਕਿ ਜਿੰਨਾ ਧਰਤੀ ਦੇ ਹੇਠ ਪਾਣੀ ਆ ਉਹਦਾ ਪੱਧਰ ਵੱਧ ਜਾਂਦਾ। ਅਤੇ ਛੋਟੇ ਬੰਨ੍ਹ ਕੀ ਕਰਦੇ ਆ? ਮੀਂਹ ਦੇ ਪਾਣੀ ਨੂੰ ਵਹਿਣ ਤੋਂ ਰੋਕਦੇ ਆ ਅਤੇ ਭੌਂ ਖੋਰ ਵੀ ਘੱਟ ਹੁੰਦਾ। ਨੈਕਸਟ ਹੈ ਫਸਲ ਚੱਕਰ। ਹੁਣ ਜੇ ਆਪਾਂ ਜ਼ਿਆਦਾ ਲਾਭ ਪ੍ਰਾਪਤ ਕਰਨਾ ਫਸਲਾਂ ਦਾ ਤਾਂ ਆਪਾਂ ਵੱਖ-ਵੱਖ ਵਿਧੀਆਂ ਅਪਣਾ ਸਕਦੇ ਹਾਂ। ਮਿਸ਼ਰਤ ਫਸਲਾਂ ਦੇ ਵਿੱਚ ਕੀ ਹੁੰਦਾ ਕਿ ਇੱਕੋ ਸਮੇਂ 'ਤੇ ਆਪਾਂ 2 ਜਾਂ 2 ਤੋਂ ਵੱਧ ਫਸਲਾਂ ਇੱਕੋ ਖੇਤ ਦੇ ਵਿੱਚ ਲਾਉਂਦੇ ਹਾਂ। ਤਾਂ ਉਹ ਕਿਹੜੀਆਂ ਹੋ ਜਾਣਗੀਆਂ? ਕਣਕ ਅਤੇ ਛੋਲੇ, ਕਣਕ ਅਤੇ ਸਰੋਂ ਜਾਂ ਮੂੰਗਫਲੀ ਅਤੇ ਸੂਰਜਮੁਖੀ। ਇਹਦੇ ਨਾਲ ਫਸਲ ਨੂੰ ਨੁਕਸਾਨ ਵੀ ਘੱਟ ਹੁੰਦਾ ਅਤੇ ਫਸਲ ਦਾ ਨਸ਼ਟ ਹੋਣ 'ਤੇ ਵੀ ਆਪਾਂ ਨੂੰ ਦੂਜੀ ਫਸਲ ਮਿਲ ਜਾਂਦੀ ਹੈ। ਅੰਤਰ ਫਸਲਾਂ ਦੇ ਵਿੱਚ ਕੀ ਆ? 2 ਜਾਂ 2 ਤੋਂ ਵੱਧ ਫਸਲਾਂ ਨੂੰ ਆਪਾਂ ਇੱਕ ਹੀ ਖੇਤ ਵਿੱਚ ਇਕੱਠੀਆਂ ਲਾਉਂਦੇ ਹਾਂ, ਬਟ ਇੱਕ ਖਾਸ ਪੈਟਰਨ 'ਚ, ਕਿ ਕਿਹੜਾ ਆਪਾਂ ਪੈਟਰਨ ਫੋਲੋ ਕਰ ਰਹੇ ਹਾਂ। ਤਾਂ ਕੁਝ ਲਾਈਨਾਂ ਦੇ ਵਿੱਚ ਇੱਕ ਕਿਸਮ ਦੀ ਫਸਲ ਅਤੇ ਉਸ ਦੇ ਬਰਾਬਰ ਨਾਲ ਦੀ ਲਾਈਨ 'ਚ ਦੂਜੀ ਫਸਲ। ਮਿਸ਼ਰਤ ਫਸਲਾਂ ਦੇ ਵਿੱਚ ਆਪਾਂ ਜਿਵੇਂ ਇਕੱਠੇ ਹੀ ਬੀਜ ਕਰਕੇ ਉਹਨਾਂ ਨੂੰ ਛਿੜਕਾਅ ਕਰ ਦਿੰਦੇ ਹਾਂ ਜਾਂ ਬੀਜਾਂ ਨੂੰ ਇਕੱਠਾ ਕਰਕੇ ਲਾ ਦਿੰਦੇ ਹਾਂ ਖੇਤ ਵਿੱਚ। ਬਟ ਅੰਤਰ ਫਸਲਾਂ ਦੇ ਵਿੱਚ ਆਪਣੇ ਕੋਲ ਕੀ ਇਸ ਤਰ੍ਹਾਂ ਲਾਈਨਾਂ ਬਣਨਗੀਆਂ ਕਿ ਇੱਕ ਲਾਈਨ ਦੇ ਵਿੱਚ ਇੱਕ ਫਸਲ, ਦੂਜੀ ਲਾਈਨ ਦੇ ਵਿੱਚ ਦੂਜੀ ਫਸਲ। ਸੋਇਆਬੀਨ ਅਤੇ ਮੱਕੀ, ਬਾਜਰਾ ਅਤੇ ਲੋਬੀਆ ਫਸਲਾਂ ਚੋਣ ਆਪਾਂ ਇੱਦਾਂ ਦੀ ਕਰਦੇ ਹਾਂ ਕਿ ਉਹਨਾਂ ਨੂੰ ਪੋਸ਼ਕ ਤੱਤਾਂ ਦੀ ਲੋੜ ਵੱਖ-ਵੱਖ ਹੋਵੇ। ਇਹ ਨਹੀਂ ਹੈ ਕਿ ਦੋਨਾਂ ਫਸਲਾਂ ਨੂੰ ਹੀ ਪੋਸ਼ਕ ਤੱਤ ਜ਼ਿਆਦਾ ਚਾਹੀਦੇ ਹੋਣ ਜਾਂ ਘੱਟ ਚਾਹੀਦੇ ਹੋਣ। ਇੱਦਾਂ ਹੋ ਸਕਦਾ ਕਿ ਇੱਕ ਫਸਲ ਨੂੰ ਜ਼ਿਆਦਾ ਪੋਸ਼ਕ ਤੱਤ ਚਾਹੀਦੇ ਅਤੇ ਇੱਕ ਨੂੰ ਘੱਟ ਚਾਹੀਦੇ ਆ। ਤਾਂ ਇਸੇ ਕਰਕੇ ਮਿੱਟੀ ਦੇ ਬਾਹਰੋਂ ਅਤੇ ਅੰਦਰੋਂ ਜਿੰਨੇ ਉਹਨੂੰ ਪੋਸ਼ਕ ਤੱਤ ਮਿਲਦੇ ਨੇ ਉਹ ਸਾਰੇ ਵਰਤੇ ਜਾਂਦੇ ਆ ਅਤੇ ਫਸਲ ਦਾ ਉਸਨੂੰ ਲੱਗਣ ਵਾਲੇ ਪੀੜਕਾਂ ਅਤੇ ਬਿਮਾਰੀਆਂ ਤੋਂ ਬਚਾ ਰਹੇਗਾ, ਕਿ ਉਹਨੂੰ ਕੀੜੇ ਵਗੈਰਾ ਨਹੀਂ ਲੱਗਦੇ। ਤਾਂ ਇੱਕ ਫਸਲ ਦੇ ਸਾਰੇ ਪੌਦਿਆਂ ਨੂੰ ਨੁਕਸਾਨ ਨਹੀਂ ਹੋਵੇਗਾ। ਤਾਂ ਦੋਨਾਂ ਫਸਲਾਂ ਤੋਂ ਆਪਾਂ ਨੂੰ ਚੰਗਾ ਫਾਇਦਾ ਮਿਲ ਜਾਂਦਾ। ਨੈਕਸਟ ਹੈ ਫਸਲੀ ਚੱਕਰ। ਫਸਲੀ ਚੱਕਰ ਦੇ ਵਿੱਚ ਕੀ ਆ ਕਿ ਆਪਾਂ ਵੱਖ-ਵੱਖ ਫਸਲਾਂ ਨੂੰ ਇੱਕੋ ਖੇਤ ਦੇ ਵਿੱਚ ਵਾਰੀ-ਵਾਰੀ ਲਗਾਉਂਦੇ ਹਾਂ। ਤਾਂ ਠਹਿਰ ਦੇ ਆਧਾਰ 'ਤੇ ਆਪਾਂ ਫਸਲਾਂ ਦੀ ਚੋਣ ਕਰਦੇ ਹਾਂ ਤਾਂ ਕਿ ਆਪਾਂ ਫਸਲੀ ਚੱਕਰ ਅਪਣਾ ਸਕੀਏ। ਇਹਨਾਂ ਦੇ ਲਈ ਨਮੀ ਦੀ ਮਾਤਰਾ, ਸਿੰਚਾਈ ਦਾ ਸਾਧਨ, ਇਹਨਾਂ ਦੀ ਉਪਲਬਧਤਾ ਹੋਣੀ ਚਾਹੀਦੀ ਆ। ਉਹਨਾਂ ਦੇ ਆਧਾਰ 'ਤੇ ਹੀ ਆਪਾਂ ਫਸਲ ਦੀ ਚੋਣ ਕਰਦੇ ਹਾਂ ਕਿ ਜੇ ਆਪਾਂ ਪਹਿਲੀ ਫਸਲ ਕੱਟ ਲਈ ਤਾਂ ਉਹਦੇ ਤੋਂ ਬਾਅਦ ਦੂਜੀ ਕਿਹੜੀ ਫਸਲ ਲਾਉਣੀ ਹੈ। ਜੇ ਫਸਲੀ ਚੱਕਰ ਆਪਾਂ ਸਹੀ ਢੰਗ ਨਾਲ ਅਪਣਾਉਂਦੇ ਹਾਂ ਤਾਂ 1 ਸਾਲ ਦੇ ਵਿੱਚ ਆਪਾਂ ਨੂੰ 2 ਜਾਂ 3 ਫਸਲਾਂ ਮਿਲ ਸਕਦੀਆਂ। ਨੈਕਸਟ ਹੈ ਫਸਲ ਸੁਰੱਖਿਆ ਪ੍ਰਬੰਧਨ। ਖੇਤ ਵਿੱਚ ਫਸਲਾਂ ਦੇ ਨਾਲ ਬਹੁਤ ਸਾਰੇ ਨਦੀਨ ਉੱਗ ਜਾਂਦੇ ਕਿ ਉਹ ਆਪਾਂ ਨੂੰ ਚਾਹੀਦੇ ਨਹੀਂ ਹੁੰਦੇ, ਬੇਲੋੜੇ ਪੌਦੇ ਨੇ ਜਿਹੜੀਆਂ ਆਪਣੀ ਫਸਲ ਦੇ ਨਾਲ ਉੱਗ ਰਹੇ ਆ। ਤਾਂ ਉਹ ਕੀ ਕਰਦੇ ਨੇ, ਜਿਹੜੇ ਪੋਸ਼ਕ ਤੱਤ ਫਸਲ ਨੂੰ ਚਾਹੀਦੇ ਸੀ ਉਹ ਖੁਦ ਲੈ ਲੈਂਦੇ ਆ
ਤੇ ਜੇ ਆਪਾਂ ਇਹਨਾਂ ਦਾ ਸਹੀ ਟਾਈਮ ਤੇ ਕੰਟਰੋਲ ਨਹੀਂ ਕਰਾਂਗੇ ਤਾਂ ਫਸਲ ਨੂੰ ਨੁਕਸਾਨ ਪਹੁੰਚਾ ਸਕਦੇ ਆ ਤੇ ਫਸਲ ਖਰਾਬ ਹੋ ਸਕਦੀ ਆ। ਫਿਰ ਇਹਨਾਂ ਨਦੀਨਾਂ ਨੂੰ ਖੇਤੀਯੋਗ ਜ਼ਮੀਨ ਵਿੱਚ ਬੇਲੋੜੇ ਪੌਦੇ, ਤਾਂ ਇਹ ਸਾਰੇ ਕੀ ਨੇ, ਬੇਲੋੜੇ ਪੌਦੇ ਆਪਾਂ ਨੂੰ ਨਹੀਂ ਚਾਹੀਦੇ, ਫਸਲ ਨਾਲ ਉੱਗਦੇ ਆ। ਜਿਵੇਂ ਆਪਾਂ ਕਹਿ ਸਕਦੇ ਹਾਂ ਗੋਖਰੂ, ਗਾਜਰ ਘਾਹ, ਮੋਥਾ, ਇਹ ਭੋਜਨ ਕੀ ਆ, ਉੱਗਣ ਵਾਲੀ ਥਾਂ ਅਤੇ ਪ੍ਰਕਾਸ਼ ਲਈ ਫਸਲ ਦੇ ਨਾਲ ਮੁਕਾਬਲਾ ਕਰਦੇ ਕਿ ਇਹਨਾਂ ਨੂੰ ਵੀ ਭੋਜਨ ਚਾਹੀਦਾ, ਇਹ ਉੱਗਣ ਦੇ ਲਈ ਥਾਂ ਚਾਹੀਦੀ ਹੈ, ਪ੍ਰਕਾਸ਼ ਚਾਹੀਦਾ। ਤਾਂ ਪੋਸ਼ਕ ਤੱਤ ਇਹਨਾਂ ਨੇ ਮਿੱਟੀ ਦੇ ਵਿੱਚੋਂ ਖੁਦ ਚੂਸ ਲੈਣੇ ਆ, ਤਾਂ ਫਸਲ ਦਾ ਵਾਧਾ ਸਹੀ ਢੰਗ ਦੇ ਨਾਲ ਨਹੀਂ ਹੋਊਗਾ। ਜੇ ਫਸਲ ਦਾ ਵਾਧਾ ਨਹੀਂ ਸਹੀ ਢੰਗ ਨਾਲ ਹੋ ਰਿਹਾ ਤਾਂ ਉਤਪਾਦਨ ਵੀ ਸਹੀ ਨਹੀਂ ਹੋਊਗਾ। ਤਾਂ ਇਸੇ ਕਰਕੇ ਜਦੋਂ ਆਪਾਂ ਫਸਲ ਲਗਾਉਂਦੇ ਹਾਂ ਉਸ ਸ਼ੁਰੂਆਤੀ ਟਾਈਮ ਦੇ ਵਿੱਚ ਹੀ ਆਪਾਂ ਨੂੰ ਇਹਨਾਂ ਨਦੀਨਾਂ ਦਾ ਧਿਆਨ ਰੱਖਣਾ ਚਾਹੀਦਾ ਕਿ ਜੇ ਨਦੀਨ ਉੱਗ ਰਹੀ ਆ ਤਾਂ ਖੇਤਾਂ ਦੇ ਵਿੱਚੋਂ ਪੁੱਟ ਦੇਣੇ ਚਾਹੀਦੇ ਆ। ਹੋਰ ਆਪਾਂ ਇਹਨਾਂ ਨੂੰ ਕਿਵੇਂ ਖਤਮ ਕਰ ਸਕਦੇ ਹਾਂ? ਕੀਟ ਪੀੜਕ ਨੇ ਜਿਹੜੇ ਉਹ ਪੌਦਿਆਂ 'ਤੇ 3 ਤਰ੍ਹਾਂ ਹਮਲਾ ਕਰਦੇ ਆ। ਜੜ, ਤਣੇ ਜਾਂ ਪੱਤੇ ਨੂੰ ਕੱਟ ਦਿੰਦੇ ਆ, ਪੌਦੇ ਦੇ ਵੱਖ-ਵੱਖ ਭਾਗਾਂ ਦੇ ਵਿੱਚੋਂ ਸੈੱਲਾਂ ਦਾ ਰਸ ਚੂਸ ਲੈਂਦੇ ਆ, ਤਣੇ ਤੇ ਫਲਾਂ ਦੇ ਵਿੱਚ ਛੇਕ ਕਰ ਦਿੰਦੇ ਤਾਂ ਫਸਲ ਨੂੰ ਖਰਾਬ ਕਰ ਦਿੰਦੇ ਆ। ਜੇ ਫਸਲ ਖਰਾਬ ਹੋ ਜੂਗੀ ਤਾਂ ਫਿਰ ਉਹਦਾ ਉਤਪਾਦਨ ਘੱਟ ਹੋ। ਪੌਦਿਆਂ ਦੇ ਵਿੱਚ ਬਿਮਾਰੀਆਂ ਕੁਝ ਰੋਗਾਣੂਆਂ ਜਿਵੇਂ ਬੈਕਟੀਰੀਆ, ਵਾਇਰਸ, ਉੱਲੀ, ਇਹਨਾਂ ਦੇ ਕਰਕੇ ਵੀ ਹੁੰਦੇ ਆ। ਤਾਂ ਇਹ ਰੋਗਾਣੂ ਮਿੱਟੀ, ਹਵਾ ਜਾਂ ਪਾਣੀ ਦੇ ਵਿੱਚ ਜਾਂਦੇ ਆ, ਉੱਥੋਂ ਕੀ ਕਰਦੇ, ਫਿਰ ਫਸਲਾਂ 'ਚ ਆ ਜਾਂਦੇ ਆ। ਨਦੀਨ, ਕੀਟ ਪੀੜਕ ਅਤੇ ਬਿਮਾਰੀਆਂ ਕਈ ਤਰੀਕਿਆਂ ਦੇ ਨਾਲ ਆਪਾਂ ਕੰਟਰੋਲ ਕਰ ਸਕਦੇ ਹਾਂ। ਇਹਨਾਂ 'ਚ ਸਭ ਤੋਂ ਜ਼ਿਆਦਾ ਕਿਹੜਾ ਤਰੀਕਾ ਵਰਤਦੇ ਆਪਾਂ? ਪੀੜਕਨਾਸ਼ਕੀ ਦਵਾਈ, ਜਿਹੜੀ ਨਦੀਨਨਾਸ਼ਕ, ਕੀਟਨਾਸ਼ਕ ਅਤੇ ਉੱਲੀਨਾਸ਼ਕ ਹੋ ਸਕਦੀ ਹੈ ਕਿ ਇਹਦੇ ਨਾਲ ਆਪਾਂ ਨਦੀਨਾਂ ਨੂੰ ਖਤਮ ਕਰ ਸਕਦੇ ਹਾਂ, ਕੀਟ ਨੇ ਜਿਹੜੇ ਉਹਦੇ ਵਿੱਚ ਉਹਨਾਂ ਨੂੰ ਖਤਮ ਕਰ ਸਕਦੇ ਹਾਂ, ਉੱਲੀ ਨੂੰ ਖਤਮ ਕਰ ਸਕਦੇ ਹਾਂ। ਹਾਂ, ਜੇ ਫਸਲਾਂ ਦੇ ਉੱਪਰ ਆਪਾਂ ਇਹਨਾਂ ਰਸਾਇਣਾਂ ਨੂੰ ਛਿੜਕਦੇ ਹਾਂ ਜਾਂ ਮਿੱਟੀ ਅਤੇ ਬੀਜਾਂ ਨੂੰ ਸੋਧਣ ਦੇ ਲਈ ਵਰਤਦੇ ਹਾਂ, ਪਰ ਜੇ ਆਪਾਂ ਜ਼ਿਆਦਾ ਵਰਤੋਂ ਕਰਾਂਗੇ ਇਹਨਾਂ ਰਸਾਇਣਾਂ ਦੀ ਤਾਂ ਕਈ ਸਮੱਸਿਆਵਾਂ ਪੈਦਾ ਹੋਣਗੀਆਂ। ਫਿਰ ਜੇ ਪੌਦੇ ਅਤੇ ਜਾਨਵਰ ਇਹਨਾਂ ਨੂੰ ਖਾਣਗੇ ਤਾਂ ਉਹ ਕੀ ਉਹਨਾਂ ਦੇ ਲਈ ਜ਼ਹਿਰੀਲੇ ਹੋਣਗੇ, ਮਿੱਟੀ ਦੇ ਵਿੱਚ ਜਾਂ ਹਵਾ ਦੇ ਵਿੱਚ ਮਿਲ ਰਹੇ ਤਾਂ ਵਾਤਾਵਰਨ ਦਾ ਪ੍ਰਦੂਸ਼ਣ ਕਰਨਗੇ। ਕਈ ਯੰਤਰਿਕ ਵੀ ਵਿਧੀਆਂ ਨੇ, ਆਪਾਂ ਉਹਨਾਂ ਦੇ ਨਾਲ ਨਦੀਨਾਂ ਨੂੰ ਖਤਮ ਕਰ ਸਕਦੇ ਹਾਂ ਜਾਂ ਕੰਟਰੋਲ ਕਰ ਸਕਦੇ ਹਾਂ ਕਿ ਜੇ ਆਪਾਂ ਸਹੀ ਤਰੀਕੇ ਦੇ ਨਾਲ ਸੀਡ ਬੈਡ ਦੀ ਤਿਆਰੀ ਕਰਦੇ ਹਾਂ, ਸਮੇਂ ਸਿਰ ਫਸਲ ਨੂੰ ਬੀਜਦੇ ਹਾਂ, ਅੰਤਰ ਫਸਲੀ ਪ੍ਰਣਾਲੀ ਅਪਣਾਉਂਦੇ ਹਾਂ, ਫਸਲ ਚੱਕਰ ਅਪਣਾਉਂਦੇ ਹਾਂ। ਫਿਰ ਪੀੜਕਾਂ ਨੂੰ ਹਟਾਉਣ ਦੇ ਲਈ ਕੁਝ ਸੁਰੱਖਿਆ ਤਰੀਕੇ ਕਿਵੇਂ ਆ ਕਿ ਫਸਲਾਂ ਦੀ ਰੋਗ ਪ੍ਰਤੀਰੋਧੀ ਕਿਸਮਾਂ ਦੀ ਵਰਤੋਂ, ਕਿ ਫਸਲ ਰੋਗ ਦੇ ਪ੍ਰਤੀ ਕਿਵੇਂ ਐਕਟ ਕਰਦੀ ਹੈ, ਕਿਵੇਂ ਉਹਨੂੰ ਬਚਾ ਸਕਦੀ ਹੈ। ਫਿਰ ਆਪਾਂ ਉਹਦੇ ਲਈ ਗਰਮੀ ਦੇ ਮੌਸਮ 'ਚ ਵੀ ਹਲ ਚਲਾ ਸਕਦੇ ਹਾਂ। ਖੇਤਾਂ 'ਚ ਜੇ ਆਪਾਂ ਡੂੰਘਾ ਹਲ ਚਲਾਵਾਂਗੇ ਤਾਂ ਖੇਤ ਵਾਹਿਆ ਜਾਊਗਾ, ਤਾਂ ਉਹਦੇ 'ਚ ਜਿੰਨੇ ਵੀ ਨਦੀਨ ਅਤੇ ਪੀੜਕ ਹੋਣਗੇ ਉਹ ਸਾਰੇ ਖਤਮ ਹੋ ਜਾਣਗੇ। ਨੈਕਸਟ ਹੈ ਦਾਣਿਆਂ ਦਾ ਭੰਡਾਰਨ। ਤਾਂ ਖੇਤੀ ਉਤਪਾਦਨ ਦੇ ਭੰਡਾਰਨ ਸਮੇਂ ਬਹੁਤ ਹਾਨੀ ਹੋ ਜਾਂਦੀ ਕਿ ਜਿਵੇਂ ਜੈਵਿਕ ਕਾਰਕ ਆ, ਕੀਟ, ਚੂਹੇ, ਉੱਲੀ, ਚਿੱਚੜ, ਬੈਕਟੀਰੀਆ, ਅਤੇ ਅਜੈਵਿਕ ਕਾਰਕ ਕਿ ਉਸ ਥਾਂ ਦੇ ਉੱਪਰ ਨਮੀ ਜਾਂ ਤਾਪ ਸਹੀ ਨਹੀਂ ਹੈਗਾ ਤਾਂ ਵੀ ਉਹ ਉਤਪਾਦ ਦਾ ਜਿਹੜਾ ਵਧੀਆ ਗੁਣਵੱਤਾ ਹੈ ਉਹਨੂੰ ਖਤਮ ਕਰਦੇ, ਕਮੀ ਲੈ ਕੇ ਆਉਂਦੇ ਆ। ਫਿਰ ਦਾਣਿਆਂ ਦਾ ਭਾਰ ਘਟੂਗਾ, ਸਹੀ ਤਰੀਕੇ ਨਾਲ ਉਹ ਪੁੰਗਰ ਨਹੀਂ ਸਕਦੇ, ਬਦਰੰਗਾ ਹੋ ਜਾਂਦਾ ਉਹਨਾਂ ਦਾ ਰੰਗ। ਤਾਂ ਜੇ ਲੱਛਣ ਮੰਡੀ ਵਿੱਚ ਹੋਣਗੇ ਤਾਂ ਆਪਾਂ ਨੂੰ ਸਹੀ ਕੀਮਤ ਨਹੀਂ ਮਿਲੂਗੀ। ਇਸੇ ਕਰਕੇ ਜੇ ਇਹਨਾਂ ਦੇ ਉੱਪਰ ਆਪਾਂ ਕਾਬੂ ਪਾਉਣਾ ਤਾਂ ਇਹਨਾਂ ਨੂੰ ਸਹੀ ਤਰੀਕੇ ਦੇ ਨਾਲ ਰੱਖਣਾ ਚਾਹੀਦਾ ਹੈ। ਫਿਰ ਗੋਦਾਮਾਂ ਦੀ ਸਹੀ ਢੰਗ ਨਾਲ ਦੇਖਭਾਲ ਹੋਣੀ ਚਾਹੀਦੀ ਹੈ। ਨਿਰੋਧਕ ਅਤੇ ਨਿਯੰਤਰਣ ਵਿਧੀਆਂ ਦੀ ਵਰਤੋਂ ਕਰਨ ਦੇ ਲਈ ਦਾਣਿਆਂ ਨੂੰ ਭੰਡਾਰ ਕਰਨ ਤੋਂ ਪਹਿਲਾਂ ਕੀਤੀ ਜਾਂਦੀ। ਹੁਣ ਜੇ ਦਾਣਿਆਂ ਨੂੰ ਆਪਾਂ ਭੰਡਾਰ ਘਰ ਦੇ ਵਿੱਚ ਰੱਖਣਾ ਹੈ, ਉੱਥੇ ਸਹੀ ਤਰੀਕੇ ਨਾਲ ਸਫਾਈ ਕਰਾਉਣੀ ਆ, ਉਹਨਾਂ ਨੂੰ ਪੂਰੀ ਤਰ੍ਹਾਂ ਪਹਿਲਾਂ ਧੁੱਪ 'ਚ ਰੱਖੋ, ਫਿਰ ਛਾਂ ਦੇ ਵਿੱਚ ਸੁਕਾਓ। ਪੀੜਕਾਂ ਨੂੰ ਮਾਰਨ ਵਾਲੇ ਰਸਾਇਣਾਂ ਦੇ ਨਾਲ ਧੂਣੀ ਦੇਣਾ ਸ਼ਾਮਲ ਹੈ ਤਾਂ ਕਿ ਇਹਨਾਂ ਨੂੰ ਆਪਾਂ ਭੰਡਾਰ ਕਰਕੇ ਜ਼ਿਆਦਾ ਟਾਈਮ ਤੱਕ ਰੱਖ ਸਕੀਏ। ਥੈਂਕ ਯੂ।